ਹਾਂਜੀ ਜੀ। ਆਵਾਜ਼ ਆ ਰਹੀ ਜੀ ਗਿਆਨੀ ਜੀ? ਠੀਕ ਹੈ। ਹਾਂਜੀ ਹਾਂਜੀ ਠੀਕ ਹੈ ਜੀ, ਧੰਨਵਾਦ। ਤੇ ਸਾਰਿਆਂ ਨੂੰ ਬੇਨਤੀ ਹੈ ਕਿ ਹੁਣ ਟਿਕ ਕੇ ਕਥਾ ਸੁਣਿਓ ਤਾਂ ਆਪਾਂ ਘੰਟੇ ਬਾਅਦ ਮੁੜ ਕੇ ਫੇਰ ਆਨੇ ਹਾਂ ਜੀ, ਫਿਰ ਆਪਾਂ ਸਵਾਲ ਜਵਾਬ ਦੇ ਵਿੱਚ ਮਿਲਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ, ਸਾਰੇ ਵੀਰ ਭੈਣਾਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਭ ਨੂੰ ਪਤਾ ਹੈ, ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ ਗੌੜੀ ਕੀ ਵਾਰ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਅੱਜ ਅਸੀਂ 8ਵੀਂ ਪੌੜੀ ਦੀ ਵਿਚਾਰ ਸ਼ੁਰੂ ਕਰ ਰਹੇ ਹਾਂ। ਇਹ ਪਾਵਨ ਪੌੜੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 304 ਤੋਂ ਆਰੰਭ ਹੁੰਦੀ ਹੈ। ਪਹਿਲੀ ਪੰਕਤੀ ਹੈ, ਸੱਚ ਸੱਚਾ ਸਭ ਤੋਂ ਵੱਡਾ ਹੈ, ਸੋ ਲੈ ਜਿਸ ਸਤਿਗੁਰ ਟਿੱਕੇ। ਸੱਚ ਸੱਚਾ ਦਾ ਮਤਲਬ ਸਦਾ ਸਥਿਰ ਰਹਿਣ ਵਾਲਾ ਪ੍ਰਭੂ, ਸਭ ਤੋਂ ਵੱਡਾ ਹੈ ਦਾ ਭਾਵ ਸਾਰਿਆਂ ਤੋਂ ਵੱਡਾ ਹੈ। ਸੋ ਲੈ ਦਾ ਮਤਲਬ ਕਿ ਉਹ ਬੰਦਾ ਪ੍ਰਾਪਤ ਕਰਦਾ ਹੈ ਜੇ ਸਤਿਗੁਰ ਟਿੱਕੇ। ਸਤਿਗੁਰ ਟਿੱਕੇ ਦਾ ਜੋ ਅਰਥ ਹੈ, ਇਹਦੇ ਵਿੱਚ ਵਿਦਵਾਨਾਂ ਦੇ ਵਿੱਚ ਥੋੜੇ ਜਿਹੇ ਮਤਭੇਦ ਨੇ। ਬਹੁਤਿਆਂ ਨੇ ਇਸ ਦਾ ਅਰਥ ਕੀਤਾ ਹੈ ਕਿ ਨਿਸ਼ਚਿਤ ਹੀ ਸੱਚਾ ਸੁਆਮੀ ਪਰਮ ਉੱਤਮ ਹੈ, ਕੇਵਲ ਉਹੀ ਉਸ ਨੂੰ ਪ੍ਰਾਪਤ ਕਰਦਾ ਹੈ ਜਿਹਨੂੰ ਸਤਿਗੁਰ ਜੀ ਤਿਲਕ ਦਿੰਦੇ ਨੇ, ਯਾਨੀ ਗੁਰਿਆਈ ਗੱਦੀ ਬਖਸ਼ਿਸ਼ ਕਰਦੇ ਨੇ। ਪਰ ਇਸ ਦਾ ਭਾਵ ਇਹ ਨਹੀਂ ਹੈ, ਕਿਉਂਕਿ ਪ੍ਰਭੂ ਨੂੰ ਤਾਂ ਹਰ ਇਨਸਾਨ ਪ੍ਰਾਪਤ ਕਰ ਸਕਦਾ ਹੈ ਜੋ ਸਤਿਗੁਰ ਦੇ ਚਰਨਾਂ ਦੀ ਸ਼ਰਨ ਵਿੱਚ ਜਾਂਦਾ ਹੈ। ਤਾਂ ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਪ੍ਰਭੂ ਸਭ ਤੋਂ ਵੱਡਾ ਹੈ, ਸਭ ਤੋਂ ਵੱਡਾ ਹੈ। ਸੋ ਲੈ ਉਹ ਪ੍ਰਾਪਤ ਕਰਦਾ ਹੈ ਜੇ ਸਤਿਗੁਰ ਟਿੱਕੇ। ਟਿੱਕੇ ਦਾ ਅਰਥ ਹੈ ਟਿਕਾਣਾ, ਜਿਸ ਨੂੰ ਸਤਿਗੁਰੂ ਟਿਕਾਉਂਦਾ ਹੈ, ਯਾਨੀ ਜਿਸ ਨੂੰ ਸਤਿਗੁਰ ਬਖਸ਼ਿਸ਼ ਕਰਕੇ ਗਿਆਨ ਦੀ ਦਾਤ ਦਿੰਦਾ ਹੈ, ਜਿਹਦਾ ਮਨ ਗੁਰੂ ਦੇ ਗਿਆਨ ਵਿੱਚ ਟਿਕ ਜਾਂਦਾ ਹੈ। ਜਿਸ ਨੂੰ ਸਤਿਗੁਰੂ ਟਿਕਾਉਂਦਾ ਹੈ, ਭਾਵ ਗੁਰੂ ਬਖਸ਼ਿਸ਼ ਕਰਦਾ ਹੈ, ਗੁਰੂ ਦਾਤ ਦਿੰਦਾ ਹੈ ਗਿਆਨ ਦੀ, ਉਹ ਇਨਸਾਨ ਪ੍ਰਭੂ ਨੂੰ ਪ੍ਰਾਪਤ ਕਰਦਾ ਹੈ। ਪ੍ਰਭੂ ਵੱਡਾ ਹੈ, ਮਹਾਨ ਹੈ, ਪਰ ਉਹਦੀ ਪ੍ਰਾਪਤੀ ਗੁਰੂ ਦੱਸੇ ਰਾਹਾਂ ਤੇ ਚੱਲ ਕੇ ਹੋ ਸਕਦੀ ਹੈ। ਉਹ ਇਨਸਾਨ ਉਹਨੂੰ ਪ੍ਰਾਪਤ ਕਰ ਲੈਂਦਾ ਹੈ ਜਿਸ ਨੂੰ ਗੁਰੂ ਪ੍ਰਭੂ ਦੇ ਚਰਨਾਂ ਵਿੱਚ ਟਿਕਾਉਂਦਾ ਹੈ, ਯਾਨੀ ਗੁਰੂ ਗਿਆਨ ਮੁਤਾਬਕ ਚੱਲ ਕੇ ਜੋ ਆਪਣੇ ਮਨ ਨੂੰ ਰੱਬੀ ਗੁਣਾਂ ਦੇ ਨਾਲ ਜੋੜਦਾ ਹੈ, ਉਹ ਇਨਸਾਨ ਪ੍ਰਾਪਤ ਕਰ ਲੈਂਦਾ। ਸੋ ਸਤਿਗੁਰ ਜੇ ਸੱਚ ਧਿਆਏਂਦਾ, ਸੱਚ ਸੱਚਾ ਸਤਿਗੁਰ ਇੱਕੇ। ਤੇ ਸਤਿਗੁਰੂ ਵੀ ਉਹ ਹੈ ਜੋ ਸਦਾ ਸੱਚੇ ਨੂੰ ਚੇਤੇ ਰੱਖਦਾ ਹੈ, ਜੋ ਹਮੇਸ਼ਾ ਸੱਚ ਦੇ ਨਾਲ ਜੁੜਿਆ ਹੈ, ਮਨ ਬਚਨ ਕਰਮ ਕਰਕੇ। ਸੱਚ ਸੱਚਾ ਸਤਿਗੁਰ ਇੱਕੇ। ਸੱਚਾ ਸਤਿਗੁਰੂ ਔਰ ਸੱਚ ਪ੍ਰਭੂ ਦੋਵੇਂ ਇੱਕੋ ਹੀ ਨੇ, ਇੱਕ ਹੀ ਰੂਪ ਨੇ। ਗੁਰੂ ਪ੍ਰਭੂ ਦਾ ਹੀ ਰੂਪ ਹੈ। ਗੁਰ ਪਰਮੇਸ਼ਰ ਏਕੋ ਜਾਨ। ਗੁਰੂ ਪ੍ਰਭੂ ਦੇ ਵਿੱਚ ਭੇਦ ਹੋ ਕੇ ਪ੍ਰਭੂ ਦਾ ਹੀ ਰੂਪ ਹੈ, ਔਰ ਉਹ ਸੱਚ ਦੇ ਵਿੱਚ ਹੀ ਲੀਨ ਹੈ। ਉਹਨੂੰ ਹੀ ਅਸੀਂ ਗੁਰੂ ਕਹਿ ਸਕਦੇ ਹਾਂ। ਗੁਰੂ ਉਹ ਹੈ ਜੋ ਸੱਚ ਦੇ ਨਾਲ ਜੁੜਿਆ ਹੈ, ਸੱਚ ਦੀ ਧਿਆਨ ਕਰਦਾ ਹੈ, ਸੱਚ ਦੇ ਵਿੱਚ ਲੀਨ ਹੈ, ਜੋ ਮਨ ਬਚਨ ਕਰਮ ਕਰਕੇ ਸੱਚ ਦੇ ਨਾਲ ਜੁੜਿਆ ਹੈ, ਔਰ ਉਹ ਪ੍ਰਭੂ ਦੇ ਨਾਲ ਮਿਲ ਕੇ ਇੱਕ ਰੂਪ ਹੋ ਗਿਆ ਹੈ। ਸੋਈ ਸਤਿਗੁਰ ਪੁਰਖ ਹੈ, ਜਿਨ ਪੰਜੇ ਦੂਤ ਕੀਤੇ ਵਸ ਛਿੱਕੇ। ਛਿੱਕੇ ਦਾ ਮਤਲਬ ਖਿੱਚ ਕੇ ਬੰਨ ਲੈ ਜਿੰਨੇ। ਸਤਿਗੁਰ ਪੁਰਖ ਉਹੀ ਹੈ ਜਿਸ ਨੇ ਕਾਮਾਦਿਕ ਪੰਜੇ ਵੈਰੀ ਖਿੱਚ ਕੇ ਵਸ ਵਿੱਚ ਕਰ ਲਏ ਨੇ, ਭਾਵ ਜੋ ਗੁਰੂ ਹੈ ਇਹਨਾਂ ਪੰਜਾਂ ਵਿਕਾਰਾਂ ਤੋਂ ਉੱਤੇ ਹੈ। ਇਹ ਪੰਜ ਹੀ ਵਿਕਾਰ ਗੁਰੂ ਦੇ ਉੱਤੇ, ਗੁਰੂ ਦੇ ਗਿਆਨ ਉੱਤੇ ਆਪਣਾ ਕੋਈ ਪ੍ਰਭਾਵ ਨਹੀਂ ਪਾ ਸਕਦੇ। ਤੇ ਜਿਸ ਨੂੰ ਗੁਰੂ ਬਖਸ਼ਿਸ਼ ਕਰਦਾ ਹੈ, ਉਹ ਵੀ ਇਨਸਾਨ ਇਹਨਾਂ ਵਿਕਾਰਾਂ, ਪਾਪਾਂ, ਅਪਰਾਧਾਂ ਤੋਂ ਬਚਦਾ ਹੈ। ਜੇ ਬਿਨ ਸਤਿਗੁਰ ਸੇਵੇ, ਆਪ ਗਣਾਏ ਦੇ, ਤਿਨ ਅੰਦਰ ਕੂੜ ਫਿੱਟ ਫਿੱਟ ਮੂੰਹ ਫਿੱਕੇ। ਜੇ ਦਾ ਮਤਲਬ ਜਿਹੜੇ। ਬਿਨ ਸਤਿਗੁਰ ਸੇਵੇ, ਗੁਰੂ ਦੇ ਦੱਸੇ ਰਾਹ ਤੋਂ ਤੁਰਨ ਤੋਂ ਬਿਨਾਂ, ਯਾਨੀ ਜੋ ਗੁਰੂ ਜੀ ਨੇ ਸਾਨੂੰ ਵੇ ਆਫ ਲਾਈਫ ਦਿੱਤਾ ਹੈ, ਉਸ ਵੇ ਆਫ ਲਾਈਫ ਨੂੰ ਅਪਣਾਉਣ ਤੋਂ ਬਿਨਾਂ, ਗੁਰੂ ਦੇ ਗਿਆਨ ਤੋਂ ਬਿਨਾਂ, ਆਪ ਗਣਾਏਂਦੇ, ਆਪਣੇ ਆਪ ਨੂੰ ਗਿਣਾਉਂਦੇ ਨੇ, ਆਪਣੇ ਆਪ ਨੂੰ ਵੱਡਾ ਅਖਵਾਉਂਦੇ ਨੇ, ਸਿਆਣਾ ਅਖਵਾਉਂਦੇ ਨੇ, ਯਾਨੀ ਗਿਆਨ ਦੀ ਵਰਤੋਂ ਸਹੀ ਨਹੀਂ ਕਰਦੇ। ਜ਼ਿੰਦਗੀ ਉਹਨਾਂ ਦੀ ਠੀਕ ਨਹੀਂ ਹੈ, ਗੁਰਮਤਿ ਆਸ਼ੇ ਅਨੁਸਾਰ ਨਹੀਂ ਜੀ ਰਹੇ।
ਲੇਕਿਨ ਫਿਰ ਵੀ ਹੰਕਾਰ ਕਰਦੇ ਨੇ ਕਿ ਅਸੀਂ ਠੀਕ ਹਾਂ, ਅਸੀਂ ਸੱਚੇ ਹਾਂ, ਅਸੀਂ ਪ੍ਰਭੂ ਨੂੰ ਪਾ ਲਿਆ ਹੈ, ਅਸੀਂ ਪ੍ਰਭੂ ਨੂੰ ਪਾ ਸਕਦੇ ਹਾਂ, ਜਾਂ ਆਪਣੀ ਗਿਣਤੀ ਚੰਗੇ ਮਹਾਨ ਇਨਸਾਨਾਂ ਦੇ ਵਿੱਚ ਕਰਾਉਣ ਦਾ ਯਤਨ ਕਰਦੇ ਨੇ। ਜੋ ਮਨੁੱਖ ਸਤਿਗੁਰ ਦੀ ਸੇਵਾ ਤੋਂ ਵਾਂਝੇ ਰਹਿੰਦੇ ਨੇ ਤੇ ਆਪਣੇ ਆਪ ਨੂੰ ਵੱਡਾ ਅਖਵਾਉਂਦੇ ਨੇ, ਗੁਰੂ ਜੀ ਕਹਿੰਦੇ ਨੇ ਤਿੰਨ ਅੰਦਰ ਕੂੜ, ਉਹਨਾਂ ਦੇ ਹਿਰਦੇ ਵਿੱਚ ਝੂਠ ਹੁੰਦਾ ਹੈ। ਫਿੱਟ ਫਿੱਟ ਮੂੰਹ ਫਿੱਕੇ, ਇਸ ਕਰਕੇ ਉਹਨਾਂ ਦਾ ਮੂੰਹ ਫਿੱਕਾ ਰਹਿੰਦਾ ਹੈ। ਭਾਵ ਉਹਨਾਂ ਦੇ ਚਿਹਰੇ ਦੇ ਉੱਤੇ ਖੁਸ਼ੀ ਨਹੀਂ ਹੈ, ਉਹਨਾਂ ਦੇ ਚਿਹਰੇ ਦੇ ਉੱਤੇ ਸੱਚ ਨਹੀਂ ਹੈ, ਉਹਨਾਂ ਦੇ ਮੂੰਹ ਦੇ ਜਿਹੜੇ ਬੋਲ ਨੇ ਉਹ ਵੀ ਫਿੱਕੇ ਹੁੰਦੇ ਨੇ। ਮੂੰਹ ਫਿੱਕੇ ਦਾ ਮਤਲਬ ਉਹਨਾਂ ਦੇ ਬੋਲ ਫਿੱਕੇ ਨੇ। ਤੇ ਫਿੱਟ ਫਿੱਟ ਦਾ ਮਤਲਬ ਉਹਨਾਂ ਨੂੰ ਹਰ ਥਾਂ ਤੇ ਫਿਟਕਾਰ ਪੈਂਦੀ ਹੈ। ਲੋਕ ਉਹਨਾਂ ਨੂੰ ਫਿਟਕਾਰਾਂ ਪਾਉਂਦੇ ਨੇ, ਕਿਹਨਾਂ ਨੂੰ? ਜੋ ਗੁਰੂ ਦੇ ਦੱਸੇ ਰਾਹ ਤੇ ਤਾਂ ਨਹੀਂ ਚੱਲ ਰਹੇ, ਪਰ ਆਪਣੇ ਆਪ ਨੂੰ ਵੱਡਾ, ਸਿਆਣਾ, ਭਲਾ ਔਰ ਧਰਮੀ ਅਖਵਾ ਰਹੇ ਨੇ। ਤੇ ਉਹਨਾਂ ਦੇ ਅੰਦਰ ਕੂੜ ਹੈ, ਝੂਠ ਹੈ, ਅੰਦਰੋਂ ਕੁਝ ਹੋਰ ਨੇ, ਬਾਹਰੋਂ ਕੁਝ ਹੋਰ ਨੇ। ਐਸੇ ਲੋਕਾਂ ਦੇ ਮੂੰਹ ਫਿੱਕੇ ਹੁੰਦੇ ਨੇ, ਭਾਵ ਉਹਨਾਂ ਦੇ ਬੋਲ ਬਾਣੀ ਫਿੱਕੀ ਹੁੰਦੀ ਹੈ, ਉਹਨਾਂ ਦੀ ਬੋਲ ਬਾਣੀ ਵਿੱਚ ਕੋਈ ਸੱਚਾਈ ਨਹੀਂ ਹੁੰਦੀ, ਉਹਨਾਂ ਦੀ ਬੋਲ ਬਾਣੀ ਵਿੱਚ ਕੋਈ ਰਸ ਨਹੀਂ ਹੁੰਦਾ, ਉਹਨਾਂ ਦੀ ਬੋਲ ਬਾਣੀ ਵਿੱਚ ਕੋਈ ਸਕਾਰਾਤਮਕ ਬੋਲ ਨਹੀਂ ਹੁੰਦੇ, ਸਮਾਜ ਭਲਾਈ ਦੇ ਬੋਲ ਨਹੀਂ ਹੁੰਦੇ। ਇਸ ਲਈ ਫਿੱਟ ਫਿੱਟ ਉਹਨਾਂ ਨੂੰ ਫਿਟਕਾਰਾਂ ਪੈਂਦੀਆਂ ਨੇ। ਜਿਵੇਂ ਆਮ ਅਸੀਂ ਕਹਿ ਦਿੰਦੇ ਆ ਨਾ, ਗਲਤ ਕੋਈ ਕੰਮ ਕਰੇ ਕਿ ਫਿੱਟੇ ਮੂੰਹ ਉਹਦਾ, ਜਿਹਨੇ ਇਹ ਕੰਮ ਕੀਤਾ ਹੈ। ਭਾਵ ਉਹਨਾਂ ਨੂੰ ਲਾਨਤਾਂ ਪੈਂਦੀਆਂ ਨੇ, ਉਹਨਾਂ ਨੂੰ ਇਸ ਦੁਨੀਆ ਵਿੱਚ ਨਮੋਸ਼ੀ ਦਾ ਮੂੰਹ ਵੇਖਣਾ ਪੈਂਦਾ ਹੈ। ਉਹ ਬੋਲੇ ਕਿਸੇ ਨਾ ਭਾਵਨੀ, ਮੂੰਹ ਕਾਲੇ ਸਤਿਗੁਰ ਤੇ ਚੁੱਕੇ। ਇਹਨੂੰ ਕਿਸੇ ਸ਼ਬਦ ਨਹੀਂ ਪੜਨਾ, ਉਹ ਬੋਲੇ ਕਿਸੇ, ਕਿਸੇ ਨਹੀਂ ਪੜਨਾ, ਕਿਸੇ ਦੁਲਾਵਾਂ ਲਾ ਕੇ। ਉਹ ਬੋਲੇ ਕਿਸੇ ਨਾ ਭਾਵਨੀ, ਕਿਸੇ ਨੂੰ ਉਹਨਾਂ ਦੇ ਬਚਨ ਚੰਗੇ ਨਹੀਂ ਲੱਗਦੇ, ਕਿਸੇ ਨੂੰ ਉਹ ਚੰਗੇ ਨਹੀਂ ਲੱਗਦੇ ਬੋਲਦੇ ਹੋਏ। ਹੁਣ ਜਿਸ ਬੰਦੇ ਦੀ ਬੋਲ ਬਾਣੀ ਮਾੜੀ ਹੈ, ਜਿਸ ਦੀ ਬੋਲ ਬਾਣੀ ਦੇ ਅੰਦਰ ਈਰਖਾ ਹੈ, ਦਵੇਸ਼ ਹੈ, ਵੈਰ ਹੈ, ਵਿਰੋਧ ਹੈ, ਜੋ ਮਾੜੀਆਂ ਗੱਲਾਂ ਕਰਦਾ ਹੈ, ਐਸਾ ਇਨਸਾਨ ਕਿਸੇ ਨੂੰ ਵੀ ਬੋਲਦਾ ਹੋਇਆ ਚੰਗਾ ਨਹੀਂ ਲੱਗੇਗਾ। ਇਹੋ ਜਿਹੇ ਬੋਲਾਂ ਨੂੰ ਕੋਈ ਪਸੰਦ ਨਹੀਂ ਕਰਦਾ। ਮੂੰਹ ਕਾਲੇ, ਉਹਨਾਂ ਦੇ ਮੂੰਹ ਕਾਲੇ ਹੁੰਦੇ ਨੇ, ਭ੍ਰਿਸ਼ਟੇ ਹੁੰਦੇ ਨੇ। ਮੂੰਹ ਕਾਲੇ ਦਾ ਮਤਲਬ ਉਹਨਾਂ ਨੂੰ ਨਮੋਸ਼ੀ ਹੁੰਦੀ ਹੈ, ਉਹਨਾਂ ਦੀ ਇਨਸਲਟ ਹੁੰਦੀ ਹੈ। ਸਤਿਗੁਰ ਤੇ ਚੁੱਕੇ ਦਾ ਮਤਲਬ ਉਹ ਸਤਿਗੁਰ ਤੋਂ ਭੁੱਲੇ ਹੋਏ ਨੇ, ਵਿਛੜੇ ਹੋਏ। ਜਿਹੜੇ ਗੁਰੂ ਗਿਆਨ ਤੋਂ ਵਿਛੜੇ ਨੇ, ਉਹ ਬੋਲਦੇ ਹੋਏ ਕਿਸੇ ਨੂੰ ਚੰਗੇ ਨਹੀਂ ਲੱਗਦੇ, ਉਹਨਾਂ ਨੂੰ ਨਮੋਸ਼ੀ ਦਾ ਮੂੰਹ ਵੇਖਣਾ ਪੈਂਦਾ ਹੈ। ਕਾਰਨ ਕੀ ਹੈ? ਦੇਖੋ, ਹੁਣ ਜੇ ਮੈਂ ਕਿਸੇ ਸਿਸਟਮ ਦੇ ਖਿਲਾਫ ਗੱਲ ਕਰਾਂ ਤਾਂ ਮੈਨੂੰ ਨਮੋਸ਼ੀ ਦਾ ਮੂੰਹ ਵੇਖਣਾ ਹੀ ਪਏਗਾ ਨਾ। ਜਿਵੇਂ ਮੈਂ ਰੋਜ਼ ਬੇਨਤੀ ਕਰ ਰਿਹਾ ਕਿ ਮੈਂ ਕਹਾਂ ਕਿ ਮੈਂ ਕਾਰਬਨ ਮੋਨੋਆਕਸਾਈਡ ਨਾਲ ਜਿੰਦਾ ਰਹਿ ਸਕਣਾ, ਤਾਂ ਫਿਰ ਮੇਰਾ ਮੂੰਹ ਹੀ ਕਾਲਾ ਹੋਏਗਾ। ਮੂੰਹ ਕਾਲੇ ਦਾ ਮਤਲਬ ਮੈਨੂੰ ਨਮੋਸ਼ੀ ਦਾ ਮੂੰਹ ਦੇਖਣਾ ਪਏਗਾ। ਜਦੋਂ ਮੈਨੂੰ ਕੋਈ ਕਹੇਗਾ ਕਿ ਪ੍ਰੈਕਟੀਕਲ ਕਰਕੇ ਦਿਖਾ, ਤਾਂ ਮੈਂ ਵੈਸੇ ਤਾਂ ਜਿੰਨਾ ਮਰਜ਼ੀ ਬਕ-ਬਕ ਕਰੀ ਜਾਵਾਂ, ਕੋਈ ਰੋਕਦਾ ਨਹੀਂ, ਪਰ ਜੇ ਪ੍ਰੈਕਟੀਕਲੀ ਮੈਨੂੰ ਕਾਰਬਨ ਮੋਨੋਆਕਸਾਈਡ ਨਾਲ ਜਿੰਦਾ ਰਹਿਣਾ ਪਏ ਤਾਂ ਮੈਂ ਨਹੀਂ ਰਹਿ ਪਾਵਾਂਗਾ। ਇਸ ਲਈ ਫਿਰ ਨਮੋਸ਼ੀ ਹੋਏਗੀ। ਇਸੇ ਨੂੰ ਕਾਲਾ ਮੂੰਹ ਕਹਿੰਦੇ ਨੇ। ਹੁਣ ਮੈਂ ਇਹ ਗੱਲ ਕਿਉਂ ਕੀਤੀ? ਕਿਉਂਕਿ ਮੈਂ ਸਤਿਗੁਰ ਤੋਂ ਟੁੱਟਿਆ ਹੋਇਆ ਹਾਂ, ਗੁਰੂ ਦੇ ਗਿਆਨ ਤੋਂ, ਯੂਨੀਵਰਸਲ ਟਰੁੱਥ ਨਾਲੋਂ ਟੁੱਟਿਆ ਹੋਇਆ। ਮੈਂ ਯੂਨੀਵਰਸਲ ਟਰੁੱਥ ਦੇ ਇਸ ਕਰਕੇ ਮੇਰਾ ਬੋਲਣਾ ਕਿਸੇ ਨੂੰ ਚੰਗਾ ਵੀ ਨਹੀਂ ਲੱਗੇਗਾ। ਮੈਨੂੰ ਨਮੋਸ਼ੀ ਦਾ ਮੂੰਹ ਵੀ ਦੇਖਣਾ ਪਏਗਾ। ਤੇ ਜੋ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਸੱਚ ਦੀ ਗੱਲ ਕਰਦੇ ਨੇ, ਉਹਨਾਂ ਨੂੰ ਇਸ ਦੁਨੀਆ ਵਿੱਚ ਮਾਣ, ਆਦਰ, ਸਤਿਕਾਰ ਮਿਲਦਾ ਹੈ। ਸ਼ਲੋਕ ਮਹਿਲਾ ਚੌਥਾ, ਚੌਥੇ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਲੋਕ ਹੈ। ਹਰ ਪ੍ਰਭ ਕਾ ਸਭ ਖੇਤ ਹੈ, ਹਰ ਆਪ ਕਿਰਸਾਣੀ ਲਾਇਆ। ਇਹ ਸਾਰਾ ਸੰਸਾਰ ਮਾਨੋ ਇਹ ਰੱਬ ਦੀ ਖੇਤੀ ਹੈ, ਰੱਬ ਦੀ ਪੈਲੀ ਹੈ, ਰੱਬ ਦਾ ਖੇਤ ਹੈ। ਹਰ ਆਪ ਕਿਰਸਾਣੀ ਲਾਇਆ, ਤੇ ਪ੍ਰਭੂ ਨੂੰ ਆਪ ਹੀ ਪ੍ਰਭੂ ਨੇ ਜੀਵਾਂ ਨੂੰ ਕਿਰਸਾਣੀ ਵਾਹੀ ਦੇ ਕੰਮ ਵਿੱਚ ਲਾਇਆ ਹੋਇਆ ਹੈ। ਜਿਵੇਂ ਕਿਸਾਨ, ਜਿਵੇਂ ਕਿਸੇ ਬੰਦੇ ਦੀ ਪੈਲੀ ਹੋਏ ਤੇ ਉਹ ਮਜ਼ਦੂਰਾਂ ਨੂੰ ਆਪਣੀ ਪੈਲੀ ਦੇ ਵਿੱਚ ਕੰਮ ਕਰਨ ਵਾਸਤੇ ਲਗਾ ਦੇ ਕਿ ਤੁਸੀਂ ਇਹ ਕੰਮ ਕਰਨਾ ਹੈ। ਕਿਸੇ ਨੇ ਗੋਡੀ ਕਰਨੀ ਹੈ, ਕਿਸੇ ਨੇ ਪਾਣੀ ਦੇਣਾ ਹੈ, ਕਿਸੇ ਨੇ ਖਾਦ ਪਾਣੀ ਹੈ, ਯਾਨੀ ਅਲੱਗ-ਅਲੱਗ ਕੰਮ ਖੇਤੀ ਦੇ ਵਿੱਚ ਲਗਾ ਦਿੱਤਾ ਗਿਆ। ਹੁਣ ਖੇਤੀ ਮਾਲਕ ਦੀ ਹੈ, ਮਜ਼ਦੂਰ ਨੂੰ ਮਜ਼ਦੂਰੀ ਮਿਲਣੀ ਹੈ, ਤੇ ਮਜ਼ਦੂਰ ਨੂੰ ਜਿਹੜੀ ਵਡਿਆਈ ਮਿਲੇਗੀ ਉਸ ਨੂੰ ਮਿਲੇਗੀ ਜੋ ਮਾਲਕ ਦੇ ਅਨੁਸਾਰ ਕੰਮ ਕਰੇਗਾ।
ਜਿਵੇਂ ਮਾਲਕ ਨੇ ਕਿਹਾ ਹੈ ਠੀਕ ਉਸੇ ਤਰ੍ਹਾਂ ਉਹ ਕੰਮ ਕਰੇਗਾ ਤਾਂ ਉਹਨੂੰ ਮਾਲਕ ਦਾ ਪਿਆਰ ਵੀ ਮਿਲੇਗਾ, ਸਤਿਕਾਰ ਵੀ ਮਿਲੇਗਾ। ਗੁਰੂ ਜੀ ਕਹਿੰਦੇ ਨੇ ਇਸੇ ਤਰ੍ਹਾਂ ਮਾਨੋ ਇਹ ਸੰਸਾਰ ਰੱਬ ਦਾ ਖੇਤ ਹੈ। ਰੱਬ ਨੇ ਆਪ ਸੰਸਾਰ ਨੂੰ, ਜੀਵਨ ਜਨਤਾ ਨੂੰ ਕਿਰਸਾਣੀ ਦੇ ਅੰਦਰ, ਕੰਮ ਦੇ ਅੰਦਰ ਲਾਇਆ ਹੋਇਆ ਹੈ। ਗੁਰਮੁਖ ਬਖਸ਼ ਜਮਾਈਆਂ, ਮਨਮੁਖੀ ਮੂਲ ਗਵਾਇਆ। ਹੁਣ ਖੇਤੀ ਕਰਨ ਵਾਲੇ ਦੋ ਤਰ੍ਹਾਂ ਦੇ ਹੋ ਸਕਦੇ ਨੇ। ਇੱਕ ਤੇ ਉਹ ਨੇ ਜਿਨ੍ਹਾਂ ਨੇ ਖੇਤੀ ਨੂੰ ਟਾਈਮ ਨਾਲ ਵਾਇਆ, ਟਾਈਮ ਨਾਲ ਪਾਣੀ ਦਿੱਤਾ, ਔਰ ਜਦੋਂ ਵੱਤਰ ਹੋਇਆ ਠੀਕ ਵੱਤਰ ਦੇ ਉੱਤੇ ਖੇਤ ਨੂੰ ਦੁਬਾਰਾ ਵਾਹ ਕੇ ਵੱਤਰ ਦੇ ਵਿੱਚ ਬੀਜ ਦੇ ਕੇ ਸੁਹਾਗਾ ਵਗੈਰਾ ਫੇਰਿਆ, ਕਿਆਰੇ ਕੱਢੇ, ਔਰ ਬੀਜਾਂ ਦੇ ਉਗਣ ਤੋਂ ਬਾਅਦ ਪੰਛੀਆਂ ਤੋਂ ਬਚਾਇਆ, ਖਾਦ ਪਾਈ, ਪਾਣੀ ਪਾਇਆ, ਗੋਡੀ ਦਿੱਤੀ, ਔਰ ਚੰਗੇ ਢੰਗ ਦੇ ਨਾਲ ਫਸਲ ਨੂੰ ਪੈਦਾ ਕੀਤਾ। ਉਹਨਾਂ ਦੀ ਜ਼ਮੀਨ ਦੇ ਅੰਦਰ ਬੋਲ ਬੈਠੇਗਾ, ਦਾਣੇ ਆਣਗੇ। ਲੇਕਿਨ ਦੂਜਾ ਬੰਦਾ ਐਸਾ ਹੈ ਜਿਸਨੇ ਜ਼ਮੀਨ ਟਾਈਮ ਨਾਲ ਵਾਈ ਨਹੀਂ, ਜਾਂ ਪਾਣੀ ਵਗੈਰਾ ਦੇ ਦਿੱਤਾ ਲੇਕਿਨ ਵੱਤਰ ਨਹੀਂ ਸੰਭਾਲਿਆ, ਜ਼ਮੀਨ ਜਿਹੜੀ ਹੈ ਜ਼ਿਆਦਾ ਖੁਸ਼ਕ ਹੋ ਗਈ, ਮਿੱਟੀ ਜ਼ਿਆਦਾ ਸੁੱਕ ਗਈ, ਤੇ ਉਹਦੇ ਵਿੱਚ ਬੀਜ ਪਾ ਦਿੱਤਾ। ਵੱਤਰ ਨਾ ਹੋਣ ਕਰਕੇ ਦਾਣੇ ਪੂਰੇ ਉੱਗੇ ਨਹੀਂ, ਫਿਰ ਅੱਗੇ ਪੰਛੀਆਂ ਤੋਂ ਨਹੀਂ ਬਚਾਇਆ, ਪਾਣੀ ਵਗੈਰਾ ਟਾਈਮ ਦੇ ਨਾਲ ਨਹੀਂ ਦਿੱਤਾ, ਤੇ ਕੀ ਹੋਇਆ? ਸਮਾਂ ਵੀ ਵਿਅਰਥ ਗਿਆ, ਮਿਹਨਤ ਵੀ ਬੇਕਾਰ ਹੋਈ, ਤੇ ਫਸਲ ਵੀ ਨਾ ਉੱਗੀ, ਬੋਲ ਵੀ ਨਾ ਬੈਠਾ, ਦਾਣੇ ਵੀ ਘਰ ਵਿੱਚ ਨਾ ਆਏ। ਇੱਥੇ ਵੀ ਹੁਣ ਦੋ ਤਰ੍ਹਾਂ ਦੇ ਖੇਤ ਕਰਨ ਵਾਲੇ, ਕਿਸਾਨੀ ਖੇਤੀ ਕਰਨ ਵਾਲੇ, ਜ਼ਿੰਦਗੀ ਜੀਣ ਵਾਲੇ ਦੋ ਤਰ੍ਹਾਂ ਦੇ ਲੋਕ ਨੇ, ਇੱਕ ਗੁਰਮੁਖ ਔਰ ਇੱਕ ਮਨਮੁਖ। ਗੁਰਮੁਖ ਬਖਸ਼ ਜਮਾਈਆਂ, ਬਖਸ਼ ਦਾ ਮਤਲਬ ਮਿਹਰ ਕਰਕੇ, ਜਮਾਈਆਂ ਦਾ ਮਤਲਬ ਜਮਾ ਦਿੱਤੀ, ਉਗਾ ਦਿੱਤੀ। ਜੋ ਮਨੁੱਖ ਸਤਿਗੁਰ ਦੇ ਸਨਮੁਖ ਰਹਿੰਦੇ ਨੇ, ਉਹਨਾਂ ਦੀ ਖੇਤੀ ਪ੍ਰਭੂ ਨੇ ਮਿਹਰ ਕਰਕੇ ਉਗਾ ਦਿੱਤੀ। ਜੋ ਸਤਿਗੁਰ ਦੇ ਸਨਮੁਖ ਰਹੇ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰੇ, ਉਹਨਾਂ ਦੇ ਜੀਵਨ ਦੇ ਅੰਦਰ ਖੇਤੀ ਉਗ ਪਈ। ਗੁਰਮੁਖ ਬਖਸ਼ ਜਮਾਈਆਂ, ਉਹਨਾਂ ਦੇ ਉੱਤੇ ਬਖਸ਼ਿਸ਼ ਹੋਈ, ਉਹਨਾਂ ਦੀ ਖੇਤੀ ਸਹੀ ਟਾਈਮ ਦੇ ਨਾਲ ਉੱਗੀ। ਕਿਉਂ? ਕਿ ਉਹਨਾਂ ਨੇ ਸਹੀ ਕਰਮ ਕੀਤੇ, ਸੱਚ ਦੇ ਰਾਹ ਤੇ ਚੱਲੇ, ਮਨ ਬਚਨ ਕਰਮ ਕਰਕੇ ਗੁਰੂ ਦੀ ਮੱਤ ਦਾ ਉਹਨਾਂ ਨੇ ਉਪਯੋਗ ਕੀਤਾ, ਵਰਤੋਂ ਕੀਤੀ, ਗੁਰਮਤਿ ਆਸ਼ੇ ਅਨੁਸਾਰ ਉਹਨਾਂ ਨੇ ਜੀਵਨ ਜੀਵਿਆ। ਉਹਨਾਂ ਦੇ ਜੀਵਨ ਵਿੱਚ ਖੁਸ਼ੀ ਪੈਦਾ ਹੋਈ, ਉਹਨਾਂ ਦੇ ਜੀਵਨ ਵਿੱਚ ਗੁਣ ਪੈਦਾ ਹੋਏ। ਮਨਮੁਖੀ ਮੂਲ ਗਵਾਇਆ। ਇੱਥੇ ਮਨਮੁਖੀ ਨਹੀਂ ਪੜਨਾ, ਬਿੰਦੀ ਲਗਾ ਕੇ ਮਨਮੁਖੀ, ਮਨਮੁਖਾਂ ਨੇ ਮੂਲ ਗਵਾਇਆ। ਜੋ ਮਨ ਦੇ ਪਿੱਛੇ ਤੁਰਨ ਵਾਲੇ ਨੇ, ਆਪ ਖੁਦਰੇ ਨੇ, ਜਿਨ੍ਹਾਂ ਨੇ ਗੁਰੂ ਦੇ ਬਚਨ ਨਾ ਸੁਣੇ, ਨਾ ਮੰਨੇ, ਨਾ ਕਮਾਏ, ਆਪ ਖੁਦਰੇ, ਆਪਣੀ ਮਰਜ਼ੀ ਨਾਲ ਪਾਪਾਂ ਵਿਕਾਰਾਂ ਵਾਲੀ ਜ਼ਿੰਦਗੀ ਜੀਵੀ, ਤਾਂ ਗੁਰੂ ਜੀ ਕਹਿੰਦੇ ਨੇ ਉਹਨਾਂ ਮਨਮੁਖਾਂ ਨੇ ਮੂਲ ਵੀ ਗਵਾ ਲਿਆ। ਫਸਲ ਬੀਜਣ ਵਾਸਤੇ ਬੀਜ ਚਾਹੀਦਾ ਸੀ, ਤੇ ਬੀਜ ਤੋਂ ਅੱਗੇ ਅਨਾਜ ਪੈਦਾ ਹੋਣਾ ਸੀ, ਤੇ ਬੀਜ ਹੀ ਗਲਤ ਟਾਈਮ ਤੇ ਦਿੱਤਾ, ਗਲਤ ਥਾਂ ਤੇ ਬੀਜ ਦਿੱਤਾ, ਉਹ ਬੀਜ ਵੀ ਗਵਾਚ ਗਿਆ, ਤੇ ਜਿਹੜੀ ਅੱਗੋਂ ਫਸਲ ਆਉਣੀ ਸੀ ਉਹ ਵੀ ਨਾ ਆਈ। ਮੀਨਸ ਕਿ ਮਿਹਨਤ ਵੀ ਬੇਕਾਰ ਗਈ ਮਾੜੇ ਕਰਮ ਕਰਕੇ, ਤੇ ਖੁਸ਼ੀ ਤਾਂ ਕਿੱਥੋਂ ਪੈਦਾ ਹੋਣੀ ਸੀ, ਉਹ ਤਾਂ ਗਈ ਹੀ ਗਈ। ਜਿਹੜੀ ਮਿਹਨਤ ਸੀ ਉਹ ਵੀ ਪੱਲੇ ਨਾ ਪਈ, ਪੱਲੇ ਪਛਤਾਵਾ ਪਿਆ। ਸਭ ਕੋ ਬੀਜੇ ਆਪਣੇ ਭਲੇ ਨੂੰ, ਹਰ ਭਾਵੈ ਸੋ ਖੇਤ ਜਮਾਇਆ। ਇਹਨੂੰ ਆਪਣੇ ਨਹੀਂ ਪੜਨਾ, ਐੜੇ ਦੇ ਨਾਲ ਕਰਨਾ ਹੈ ਆਪਣੇ। ਸਭ ਕੋ ਬੀਜੇ ਆਪਣੇ ਭਲੇ ਨੂੰ। ਹੁਣ ਇਸ ਦੁਨੀਆ ਦੇ ਅੰਦਰ ਜੋ ਵੀ ਬੰਦਾ ਜ਼ਿੰਦਗੀ ਜੀ ਰਿਹਾ ਹੈ, ਉਹ ਆਪਣੇ ਭਲੇ ਵਾਸਤੇ ਜੀ ਰਿਹਾ ਹੈ। ਜੋ ਬੀਜ ਬੀਜਦਾ ਆਪਣੇ ਭਲੇ ਵਾਸਤੇ ਹੀ ਬੀਜਦਾ ਹੈ। ਭਲੇ ਵਾਸਤੇ ਦਾ ਮਤਲਬ ਖੁਸ਼ੀ ਵਾਸਤੇ। ਜੋ ਵੀ ਅਸੀਂ ਕਰਮ ਕਰ ਰਹੇ ਹਾਂ, ਚਾਹੇ ਖੇਤੀ ਕਰਦੇ ਹਾਂ, ਦੁਕਾਨ ਕਰਦੇ ਹਾਂ, ਜੌਬ ਕਰਦੇ ਹਾਂ, ਵਪਾਰ ਕਰਦੇ ਹਾਂ, ਜਾਂ ਅਸੀਂ ਧਰਮ ਕਰਮ ਕਰਦੇ ਹਾਂ, ਪਾਠ ਪੂਜਾ ਕਰਦੇ ਹਾਂ, ਇੱਕ ਦੂਜੇ ਦੇ ਨਾਲ ਸਾਡਾ ਮਿਲਵਰਤਨ ਹੈ, ਇਹ ਸਾਰੇ ਦਾ ਕਾਰਨ ਇਹੀ ਹੈ ਨਾ ਕਿ ਸਾਡਾ ਭਲਾ ਹੋਵੇ, ਸਾਨੂੰ ਲਾਭ ਮਿਲੇ, ਸਾਨੂੰ ਖੁਸ਼ੀ ਮਿਲੇ, ਸਾਡੀ ਜ਼ਿੰਦਗੀ ਦੇ ਅੰਦਰ ਪ੍ਰਸੰਨਤਾ ਪੈਦਾ ਹੋਵੇ। ਕੰਮ ਇਸੇ ਕਰਕੇ ਕਰ ਰਹੇ ਹਾਂ। ਹਰ ਬੰਦਾ ਹੀ ਆਪਣੀ ਖੁਸ਼ੀ ਲਈ ਕੰਮ ਕਰਦਾ ਹੈ, ਭਲੇ ਵਾਸਤੇ ਕਰਦਾ ਹੈ, ਭਲੇ ਵਾਸਤੇ ਬੀਜ ਬੀਜਦਾ ਹੈ, ਕਰਮ ਦਾ ਬੀਜ ਬੀਜਦਾ ਹੈ, ਸੁਭਾਅ ਹੈ, ਬੋਲ ਨੇ, ਵਿਹਾਰ ਹੈ। ਹਰ ਭਾਵੈ ਸੋ ਖੇਤ ਜਮਾਇਆ, ਪਰ ਖੇਤ ਦੇ ਵਿੱਚ ਪੈਦਾ ਉਹ ਹੁੰਦਾ ਹੈ ਜੋ ਰੱਬ ਨੂੰ ਚੰਗਾ ਲੱਗਦਾ ਹੈ। ਪੈਦਾ ਉਹ ਹੋਏਗਾ ਜੋ ਰੱਬ ਨੂੰ ਚੰਗਾ ਲੱਗੇਗਾ। ਰੱਬ ਨੂੰ ਚੰਗਾ ਲੱਗਣ ਦਾ ਮਤਲਬ ਜੋ ਰੱਬ ਦੇ ਭਾਣੇ ਵਿੱਚ ਹੈ, ਜੋ ਸਿਸਟਮ ਦੇ ਅੰਦਰ ਹੈ, ਪੈਦਾ ਉਹ ਚੀਜ਼ ਹੋਣੀ।
ਹੁਣ ਅਸੀਂ ਈਰਖਾ ਕਰ ਰਹੇ ਹਾਂ ਇੱਕ ਦੂਜੇ ਨਾਲ, ਤੇ ਈਰਖਾ ਕਰ ਇਸ ਕਰਕੇ ਰਹੇ ਹਾਂ ਕਿ ਸ਼ਾਇਦ ਇਸ ਤਰ੍ਹਾਂ ਮੇਰੇ ਘਰ ਵਿੱਚ ਖੁਸ਼ੀ ਆ ਜਾਏ, ਤਾਂ ਈਰਖਾ ਦੇ ਨਾਲ ਖੁਸ਼ੀ ਪੈਦਾ ਨਹੀਂ ਹੋਣੀ। ਬੇਸ਼ੱਕ ਮੈਂ ਆਪਣੀ ਖੁਸ਼ੀ ਵਾਸਤੇ ਤੁਹਾਡੇ ਨਾਲ ਈਰਖਾ ਕਰਦਾ ਹਾਂ, ਲੇਕਿਨ ਇਹਦੇ ਨਾਲ ਮੇਰੇ ਜੀਵਨ ਵਿੱਚ ਖੁਸ਼ੀ ਪੈਦਾ ਨਹੀਂ ਹੋਣੀ। ਸਿਸਟਮ ਦੇ ਮੁਤਾਬਕ ਮੇਰੇ ਅੰਦਰ ਜਲਨ ਪੈਦਾ ਹੋਏਗੀ, ਮੇਰੇ ਅੰਦਰ ਈਰਖਾ ਦੀ ਅੱਗ ਭੜਕੇਗੀ, ਮੈਂ ਸ਼ਾਂਤ ਨਹੀਂ ਹੋ ਪਾਵਾਂਗਾ। ਇਹਨੂੰ ਕਹਿੰਦੇ ਨੇ ਹਰ ਭਾਵੈ ਸੋ ਖੇਤ ਜਮਾਇਆ। ਖੇਤ ਦੇ ਅੰਦਰ ਪੈਦਾ ਉਹ ਹੋਏਗਾ ਜੋ ਸਿਸਟਮ ਵਿੱਚ ਹੈ, ਜੋ ਰੱਬ ਨੂੰ ਪਾਉਂਦਾ ਹੈ। ਨਿੰਦਾ ਕਰ ਕਰਕੇ, ਝੂਠ ਬੋਲ ਬੋਲ ਕੇ ਕਦੇ ਮੇਰੇ ਜੀਵਨ ਦੇ ਅੰਦਰ ਸੁਖ ਸ਼ਾਂਤੀ ਪੈਦਾ ਨਹੀਂ ਹੋ ਸਕਦੀ। ਬੇਸ਼ੱਕ ਮੈਂ ਝੂਠ ਖੁਸ਼ੀ ਵਾਸਤੇ ਬੋਲ ਰਿਹਾ ਕਿ ਮੇਰੇ ਜੀਵਨ ਵਿੱਚ ਖੁਸ਼ੀ ਆਏਗੀ, ਬੇਸ਼ੱਕ ਮੈਂ ਲੜਾਈ ਦੰਗੇ ਫਸਾਦ ਇਸ ਕਰਕੇ ਕਰ ਰਿਹਾ ਕਿ ਮੇਰਾ ਜੀਵਨ ਸ਼ਾਂਤ ਹੋਏਗਾ, ਪਰ ਐਵੇਂ ਹੁੰਦਾ ਨਹੀਂ, ਐਵੇਂ ਨਹੀਂ ਹੁੰਦਾ। ਹੋਏਗਾ ਉਹ ਜੋ ਸਿਸਟਮ ਦੇ ਅੰਦਰ ਹੈ, ਜੋ ਪ੍ਰਭੂ ਨੂੰ ਪਾਉਂਦਾ ਹੈ। ਯਾਨੀ ਚੰਗੇ ਕਰਮ ਕਰਾਂਗੇ ਉਹਦਾ ਰਿਜ਼ਲਟ ਚੰਗਾ ਨਿਕਲੇਗਾ, ਮਾੜੇ ਕਰਮ ਕਰਾਂਗੇ ਉਹਦਾ ਰਿਜ਼ਲਟ ਮਾੜਾ ਨਿਕਲੇਗਾ। ਮਾੜੇ ਕਰਮ ਕਰਕੇ ਆਪਣਾ ਭਲਾ ਕਦੇ ਵੀ ਨਹੀਂ ਕੀਤਾ ਜਾ ਸਕਦਾ। ਗੁਰਸਿੱਖੀ ਅੰਮ੍ਰਿਤ, ਗੁਰਸਿੱਖੀ ਹਰ ਅੰਮ੍ਰਿਤ ਬੀਜਿਆ। ਇਸ ਸ਼ਬਦ ਨੂੰ ਗੁਰਸਿੱਖੀ ਨਹੀਂ ਪੜਨਾ। ਜੇ ਗੁਰਸਿੱਖੀ ਪੜਾਂਗੇ ਤਾਂ ਇਹਦਾ ਮੀਨਿੰਗ ਹੋ ਜਾਏਗਾ ਗੁਰੂ ਦੀ ਸਿੱਖੀ, ਪਰ ਇੱਥੇ ਇਹ ਬਹੁਵਚਨੀ ਸ਼ਬਦ ਹੈ ਗੁਰਸਿੱਖੀ। ਗੁਰਸਿੱਖਾਂ ਨੇ ਹਰ ਅੰਮ੍ਰਿਤ ਬੀਜਿਆ। ਅੰਮ੍ਰਿਤ ਦਾ ਮਤਲਬ ਆਤਮਿਕ ਜੀਵਨ ਦੇਣ ਵਾਲਾ ਪ੍ਰਭੂ ਦੇ ਜੋ ਗੁਣ ਨੇ ਉਹ ਬੀਜ ਬੀਜਿਆ ਹੈ। ਇਸ ਕਰਕੇ ਹਰੀ ਦੀ ਪ੍ਰਸੰਨਤਾ ਲਈ ਸਤਿਗੁਰੂ ਦੇ ਸਿੱਖ ਅਮਰ ਕਰਨ ਵਾਲੇ ਪ੍ਰਭੂ ਦੇ ਸ਼ੁਭ ਗੁਣਾਂ ਦਾ ਬੀਜ ਬੀਜਦੇ ਨੇ। ਸੱਚ ਦਾ ਬੀਜ, ਦਇਆ ਦਾ ਬੀਜ, ਨਿਰਭੈਤਾ ਦਾ ਬੀਜ, ਇਹ ਬੀਜ ਰਹੇ ਨੇ। ਗੁਰਸਿੱਖੀ ਹਰ ਅੰਮ੍ਰਿਤ ਬੀਜਿਆ। ਅੰਮ੍ਰਿਤ ਦਾ ਮਤਲਬ ਜੋ ਆਤਮਿਕ ਜੀਵਨ ਦੇਣ ਵਾਲਾ ਬੀਜ ਹੈ, ਸੱਚ, ਗੁਰਸਿੱਖਾਂ ਨੇ ਉਹ ਬੀਜਿਆ ਹੈ। ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ। ਨਾਮ ਦਾ ਮਤਲਬ ਹੁਕਮ, ਨਾਮ ਦਾ ਮਤਲਬ ਹੁਕਮ। ਗੁਰਸਿੱਖਾਂ ਨੇ ਅੰਮ੍ਰਿਤ ਬੀਜਿਆ ਹੈ ਤੇ ਇਹ ਅੰਮ੍ਰਿਤ ਹੈ ਨਾਮ, ਅੰਮ੍ਰਿਤ ਹੈ ਹੁਕਮ। ਯਾਨੀ ਹੁਕਮ ਦੇ ਵਿੱਚ ਰਹਿ ਕੇ ਸਾਨੂੰ ਆਤਮਿਕ ਜੀਵਨ ਮਿਲ ਸਕਦਾ ਹੈ। ਹੁਕਮ ਦੇ ਅੰਦਰ ਰਹਿ ਕੇ ਖੁਸ਼ੀ ਮਿਲ ਸਕਦੀ ਹੈ। ਹੁਕਮ ਦੇ ਅੰਦਰ ਰਹਿ ਕੇ ਸਾਡੇ ਅੰਦਰ ਇਨਸਾਨੀਅਤ ਪੈਦਾ ਹੋ ਸਕਦੀ ਹੈ। ਤੇ ਜਿਸ ਨੇ ਇਸ ਹੁਕਮ ਦਾ ਬੀਜ ਬੀਜਿਆ, ਮਤਲਬ ਜੋ ਆਪਣੀ ਸੋਚ ਦੇ ਅੰਦਰ ਜਿਸ ਨੇ ਰੱਬੀ ਹੁਕਮ ਨੂੰ ਵਸਾਇਆ, ਰੱਬੀ ਰਜ਼ਾ ਦੇ ਅੰਦਰ ਜੋ ਚੱਲਿਆ, ਫਲ ਅੰਮ੍ਰਿਤ ਪਾਇਆ, ਉਹਨਾਂ ਨੇ ਅੰਮ੍ਰਿਤ ਫਲ ਵੀ ਪ੍ਰਾਪਤ ਕਰ ਲਿਆ। ਅੰਮ੍ਰਿਤ ਫਲ ਦਾ ਮਤਲਬ ਇਹ ਨਹੀਂ ਕਿ ਉਹ ਸਰੀਰ ਕਰਕੇ ਅਮਰ ਹੋ ਗਏ। ਇੱਥੇ ਅੰਮ੍ਰਿਤ ਦਾ ਮਤਲਬ ਹੈ ਆਤਮਿਕ ਜੀਵਨ। ਉਹਨਾਂ ਦੇ ਅੰਦਰ ਇਨਸਾਨੀਅਤ ਪੈਦਾ ਹੋ ਗਈ, ਉਹਨਾਂ ਦੇ ਅੰਦਰ ਆਤਮਿਕ ਜੀਵਨ ਪੈਦਾ ਹੋ ਗਿਆ। ਉਹਨਾਂ ਨੇ ਆਤਮਿਕ ਖੁਸ਼ੀਆਂ, ਆਤਮਿਕ ਆਨੰਦ ਦਾ ਫਲ ਪ੍ਰਾਪਤ ਕਰ ਲਿਆ। ਉਹਨਾਂ ਦੇ ਜੀਵਨ ਦੇ ਵਿੱਚ ਖੁਸ਼ੀਆਂ ਖੇੜੇ, ਆਨੰਦ ਔਰ ਪ੍ਰਸੰਨਤਾ ਹੈ। ਉਹ ਲੋਕ ਫਿਰ ਇਹਨਾਂ ਖੁਸ਼ੀਆਂ ਦੇ ਫਲ ਨੂੰ ਪਾ ਲੈਂਦੇ ਨੇ। ਕੌਣ? ਗੁਰਸਿੱਖੀ, ਜੋ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲੇ ਨੇ, ਜੋ ਰੱਬੀ ਰਜ਼ਾ ਭਾਣੇ ਵਿੱਚ ਤੁਰਦੇ ਨੇ। ਰੱਬੀ ਰਜ਼ਾ ਭਾਣੇ ਵਿੱਚ ਤੁਰਨ ਦਾ ਫਲ ਉਹਨਾਂ ਨੂੰ ਆਤਮਿਕ ਜੀਵਨ ਦੇ ਰੂਪ ਵਿੱਚ ਮਿਲਦਾ ਹੈ। ਜਮ ਚੂਹਾ ਕਿਰਸ ਨਿਤ ਕੁਰਕਦਾ, ਹਰ ਕਰਤੈ ਮਾਰ ਕਢਾਇਆ। ਹੁਣ ਜਿਵੇਂ ਅਸੀਂ ਦੇਖਦੇ ਹਾਂ ਕਿ ਇੰਡੀਆ ਦੇ ਅੰਦਰ ਜਦੋਂ ਫਸਲ ਬੀਜੀਏ ਤਾਂ ਫਸਲ ਦੇ ਅੰਦਰ ਚੂਹੇ ਪੈਦਾ ਹੋ ਜਾਂਦੇ ਨੇ। ਛੋਲਿਆਂ ਦੀ ਖੇਤੀ ਹੈ ਜਾਂ ਕਣਕ ਦੀ ਹੈ, ਕਈ ਵਾਰ ਚੂਹੇ ਪੈਦਾ ਹੋ ਜਾਂਦੇ ਨੇ ਤੇ ਚੂਹੇ ਉਸ ਪੈਲੀ ਨੂੰ ਕੁਤਰੀ ਜਾਂਦੇ ਨੇ, ਕੁਤਰ ਕੇ ਬਰਬਾਦ ਕਰ ਦਿੰਦੇ ਨੇ। ਫਿਰ ਉਹਨਾਂ ਚੂਹਿਆਂ ਨੂੰ ਮਾਰਨ ਵਾਸਤੇ ਦਵਾਈ ਵਗੈਰਾ ਪਾਈ ਦੀ ਹੈ ਜਾਂ ਕਿਸੇ ਵੀ ਢੰਗ ਦੇ ਨਾਲ ਕਿਸਾਨ ਲੋਕ ਉਹਨਾਂ ਚੂਹਿਆਂ ਨੂੰ ਦੂਰ ਕਰਨ ਦਾ ਯਤਨ ਕਰਦੇ ਨੇ। ਬਹੁਤੀ ਵਾਰੀ ਫਸਲ ਵਿੱਚ ਪਾਣੀ ਦੇਣ ਦੇ ਨਾਲ ਖੁੱਡਾਂ ਚੋਂ ਚੂਹੇ ਨਿਕਲ ਕੇ ਬਾਹਰ ਆਉਂਦੇ ਨੇ, ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ। ਹੁਣ ਇੱਥੇ ਉਹਨਾਂ ਚੂਹਿਆਂ ਦੀ ਗੱਲ ਨਹੀਂ ਹੈ। ਇੱਥੇ ਚੂਹਾ ਕੌਣ ਹੈ? ਜਮ। ਜਮ ਚੂਹਾ। ਤੇ ਜਮ ਦਾ ਮਤਲਬ ਇੱਥੇ ਹੈ ਆਤਮਿਕ ਮੌਤ, ਜੋ ਮਾਇਆ ਆਦਿਕ ਹੈ, ਵਿਕਾਰ ਨੇ, ਪਾਪ ਨੇ। ਇਹ ਰੋਜ਼ ਹੀ ਸਾਡੀ ਫਸਲ ਨੂੰ ਕੁਰਕ ਰਹੇ ਨੇ। ਕੁਰਕਰੇ ਦਾ ਮਤਲਬ ਕੁਤਰ ਰਹੇ ਨੇ, ਟੋਕਦੇ ਨੇ। ਕੁਰਕਦਾ ਦਾ ਮਤਲਬ ਟੋਕਦਾ ਹੈ, ਕੁਤਰਦਾ ਹੈ। ਮਨਮੁੱਖਾਂ ਦੀ ਜਿਹੜੀ ਕਿਰਸਾਨੀ ਹੈ ਨਾ, ਖੇਤੀ ਹੈ, ਆਤਮਿਕ ਜੀਵਨ ਹੈ, ਉਹਨੂੰ ਇਹ ਵਿਕਾਰਾਂ ਦੇ ਚੂਹੇ ਰੋਜ਼ ਟੁੱਕੀ ਜਾਂਦੇ ਨੇ, ਕੁਤਰੀ ਜਾਂਦੇ ਨੇ। ਆਪ ਖੁਦਰੇ ਮਨੁੱਖ ਦੇ ਜੀਵਨ ਦੀ ਫਸਲ ਨੂੰ, ਆਤਮਿਕ ਸ਼ਾਂਤੀ ਨੂੰ, ਆਤਮਿਕ ਗੁਣਾਂ ਨੂੰ, ਇਨਸਾਨੀਅਤ ਨੂੰ
ਇਹ ਜਿਹੜੇ ਵਿਕਾਰ ਨੇ ਰੋਜ਼ ਹੀ ਉਤਰੀ ਜਾਂਦੇ ਨੇ। ਕਦੇ ਕਾਮ ਨੇ ਇਨਸਾਨੀਅਤ ਅੰਦਰੋਂ ਮਾਰ ਦਿੱਤੀ, ਕਦੇ ਝੂਠ ਨੇ, ਕਦੇ ਲੋਭ ਨੇ, ਕਦੇ ਮੋਹ ਨੇ, ਕਦੇ ਈਰਖਾ ਨੇ, ਕਦੇ ਦ્વੈਸ਼ ਨੇ। ਇਹ ਜਿਹੜਾ ਆਤਮਿਕ ਮੌਤ ਹੈ ਰੋਜ਼ ਹੀ ਉਹਨਾਂ ਦੀ ਖੁਸ਼ੀ ਨੂੰ ਖਤਮ ਕਰੀ ਜਾਂਦੀ ਹੈ, ਆਤਮਿਕ ਜੀਵਨ ਨੂੰ ਮੁਕਾਈ ਜਾਂਦੀ ਹੈ। ਲੇਕਿਨ ਹਰ ਕਰਤਾ ਮਾਰ ਕਢਾਇਆ, ਜੋ ਕਰਤਾ ਪ੍ਰਭੂ ਹੈ, ਉਹਨਾਂ ਨੇ ਗੁਰਮੁਖਾਂ ਦੀ ਫਸਲ ਦੇ ਵਿੱਚੋਂ ਇਸ ਚੂਹੇ ਨੂੰ ਮਾਰ ਕੇ ਕੱਢ ਦਿੱਤਾ ਹੈ। ਉਹਨਾਂ ਦੇ ਜੀਵਨ ਦੇ ਅੰਦਰ ਇਹ ਚੂਹੇ ਨਹੀਂ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਹੀਂ ਹੈ। ਉਹਨਾਂ ਦੇ ਜੀਵਨ ਦੇ ਅੰਦਰ ਮਾਇਆ ਵਾਲੀ ਬਿਰਤੀ ਨਹੀਂ ਹੈ। ਉਹਨਾਂ ਦੇ ਅੰਦਰ ਆਤਮਿਕ ਮੌਤ ਲਿਆਉਣ ਵਾਲਾ ਕੋਈ ਐਸਾ ਕਰਮ ਨਹੀਂ ਜਿਸ ਦੇ ਨਾਲ ਅੰਦਰੋਂ ਇਨਸਾਨੀਅਤ ਮਰ ਜਾਏ, ਜਿਸ ਦੇ ਨਾਲ ਬੰਦੇ ਦੀ ਆਤਮਿਕ ਮੌਤ ਹੋ ਜਾਏ। ਉਹ ਆਤਮਿਕ ਮੌਤ ਲਿਆਉਣ ਵਾਲੇ ਜੋ ਵਿਕਾਰ ਨੇ, ਕਰਤੇ ਨੇ, ਗੁਰਮੁਖਾਂ ਦੀ ਜ਼ਿੰਦਗੀ ਚੋਂ ਕੱਢ ਦਿੱਤੇ ਨੇ। ਤਾਂ ਇਹਨੂੰ ਅਸੀਂ ਆਸਾਨ ਲਫ਼ਜ਼ਾਂ ਵਿੱਚ ਹੋਰ ਐਵੇਂ ਸਮਝ ਸਕਦੇ ਹਾਂ ਕਿ ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਨੇ, ਉਹਨਾਂ ਦੀ ਜ਼ਿੰਦਗੀ ਵਿੱਚ ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਨਹੀਂ ਰਹਿ ਜਾਂਦੇ, ਸਗੋਂ ਉਹਨਾਂ ਦੇ ਜੀਵਨ ਵਿੱਚ ਸਤ ਸੰਤੋਖ ਦਇਆ ਧਰਮ ਆਦਿਕ ਆ ਜਾਂਦੇ ਨੇ ਤੇ ਉਹਨਾਂ ਦਾ ਆਤਮਿਕ ਜੀਵਨ ਜਿਹੜਾ ਹੈ ਉਹ ਕੁਤਰਨ ਤੋਂ, ਕਟੀਨ ਤੋਂ, ਬਰਬਾਦ ਹੋਣ ਤੋਂ ਬਚ ਜਾਂਦਾ ਹੈ। ਕਿਰਸਾਣੀ ਜੰਮੀ ਭਾਉ ਕਰ, ਭਾਉ ਕਰ ਦਾ ਮਤਲਬ ਪ੍ਰੇਮ ਕਰਕੇ। ਇਸ ਕਰਕੇ ਫਸਲ ਪ੍ਰੇਮ ਦੇ ਨਾਲ ਯਾਨੀ ਚੰਗੀ ਤਰ੍ਹਾਂ ਉਹਨਾਂ ਦੀ ਉਗਦੀ ਹੈ। ਪ੍ਰਭੂ ਨਾਲ ਪ੍ਰੇਮ ਕਰਨ ਕਰਕੇ, ਗੁਰੂ ਦੇ ਸਿਧਾਂਤਾਂ ਨਾਲ ਪਿਆਰ ਕਰਨ ਨਾਲ, ਸਚਾਈ ਨਾਲ ਪਿਆਰ ਕੀਤਿਆਂ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਫਸਲ ਬੜੀ ਚੰਗੀ ਭਰਵੀਂ ਉਗਦੀ ਹੈ। ਸਤ ਸੰਤੋਖ ਦਇਆ ਧਰਮ ਧੀਰਜ ਗਿਆਨ ਵਿਰਾਗ ਨਿਮਾਨਤਾ ਸੇਵਾ ਸਿਮਰਨ ਪ੍ਰੇਮ ਕੁਰਬਾਨੀ ਦੇ ਸ਼ੁਭ ਜਜ਼ਬੇ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਉਗਦੇ ਨੇ। ਉਹਨਾਂ ਦੇ ਜੀਵਨ ਦੇ ਵਿੱਚ ਫਸਲ ਪੱਲਰਦੀ ਹੈ। ਹਰ ਬੋਹਲ ਬਖਸ਼ ਜਮਾਇਆ, ਬਖਸ਼ ਦਾ ਮਤਲਬ ਬਖਸ਼ਿਸ਼। ਤੇ ਬੋਲ ਕਹਿੰਦੇ ਨੇ ਜਦੋਂ ਕਿਸਾਨ ਦੀ ਫਸਲ ਪੱਕਦੀ ਹੈ ਨਾ, ਜਿਵੇਂ ਕਣਕ ਮੰਨ ਲਓ, ਸਪੋਜ਼ ਕਣਕ ਪੱਕ ਗਈ, ਫਿਰ ਕਣਕ ਨੂੰ ਵੱਢਿਆ ਜਾਂਦਾ ਹੈ। ਵੱਢਣ ਤੋਂ ਬਾਅਦ ਉਹਨੂੰ ਗਾਇਆ ਜਾਂਦਾ ਹੈ, ਗਾ ਕੇ ਤੂੜੀ ਅਲੱਗ ਕੀਤੀ ਜਾਂਦੀ ਹੈ। ਜੋ ਦਾਣਿਆਂ ਦਾ ਢੇਰ ਹੁੰਦਾ ਹੈ ਉਹਨੂੰ ਕਹਿੰਦੇ ਨੇ ਬੋਲ। ਅੱਜ ਕੱਲ ਕੰਬਾਈਨ ਨਾਲ ਕੱਟੀ ਜਾਂਦੀ ਹੈ ਤੇ ਡਾਇਰੈਕਟ ਟਰਾਲੀ ਆਦਿ ਦੇ ਵਿੱਚ ਪਾ ਦਿੱਤੀ ਜਾਂਦੀ ਹੈ। ਉਹ ਜੋ ਦਾਣਿਆਂ ਦਾ ਢੇਰ ਹੁੰਦਾ ਉਹਨੂੰ ਬੋਲ ਕਹਿੰਦੇ। ਤਾਂ ਹੁਣ ਇੱਥੇ ਬੋਲ ਕਾਹਦਾ ਹੈ? ਜਿਹੜਾ ਢੇਰ ਲੱਗਾ ਹੈ, ਜਿੱਥੇ ਸਤ ਸੰਤੋਖ ਦਇਆ ਧਰਮ ਆਦਿਕ ਦੇ ਸ਼ੁਭ ਗੁਣ ਪੈਦਾ ਹੋਣਗੇ, ਉਹਨਾਂ ਤੋਂ ਬਾਅਦ ਫਿਰ ਇੱਕ ਢੇਰ ਲੱਗਣਾ ਹੈ, ਬੋਲ ਜੰਮਣਾ ਹੈ। ਉਹ ਬੋਲ ਕਾਹਦਾ ਹੈ? ਖੁਸ਼ੀ ਦਾ। ਉਹ ਬੋਲ ਹੈ ਖੁਸ਼ੀਆਂ ਦਾ, ਉਹ ਬੋਲ ਹੈ ਆਨੰਦ ਦਾ, ਆਤਮਿਕ ਜੀਵਨ ਦਾ। ਫਿਰ ਉਹਨਾਂ ਦੇ ਜ਼ਿੰਦਗੀ ਦੇ ਅੰਦਰ ਢੇਰਾਂ ਖੁਸ਼ੀਆਂ ਪੈਦਾ ਹੋ ਜਾਂਦੀਆਂ ਨੇ, ਵੱਡੇ ਵੱਡੇ ਢੇਰ ਆਨੰਦ ਦੇ, ਯਾਨੀ ਮਨਾ ਮੂੰਹ ਉਹ ਆਨੰਦ ਮਾਣਦੇ ਨੇ। ਭਾਵ ਕਿ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਫਿਰ ਅਨੰਤ ਖੁਸ਼ੀਆਂ ਪੈਦਾ ਹੋ ਜਾਂਦੀਆਂ ਨੇ, ਜਿਨ੍ਹਾਂ ਨੇ ਪ੍ਰਭੂ ਦੇ ਨਾਲ, ਰੱਬੀ ਗੁਣਾਂ ਦੇ ਨਾਲ, ਗੁਰੂ ਦੀ ਮੱਤ ਦੇ ਨਾਲ ਪਿਆਰ ਕੀਤਾ ਹੁੰਦਾ ਹੈ। ਉਹਨਾਂ ਦੀ ਫਸਲ ਜੰਮਦੀ ਹੈ ਸ਼ੁਭ ਗੁਣਾਂ ਦੀ, ਔਰ ਉਹਨਾਂ ਸ਼ੁਭ ਗੁਣਾਂ ਰਾਹੀਂ ਉਹਨਾਂ ਦੇ ਜੀਵਨ ਦੇ ਅੰਦਰ ਖੁਸ਼ੀਆਂ ਦਾ ਬੋਲ ਬਹਿੰਦਾ, ਢੇਰ ਲੱਗਦੇ। ਦੇਖੋ ਕਿੰਨਾ ਸੌਖਾ ਕੰਮ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ੀਆਂ ਦੇ ਢੇਰਾਂ ਦੇ ਢੇਰ ਪੈਦਾ ਕਰ ਸਕਦੇ ਹਾਂ। ਗੁਰਬਾਣੀ ਅਨੁਸਾਰ ਜ਼ਿੰਦਗੀ ਜੀ ਕੇ, ਸ਼ੁਭ ਗੁਣਾਂ ਦੇ ਧਾਰਨੀ ਹੋ ਕੇ, ਕਿੰਨਾ ਸੌਖਾ ਰਸਤਾ ਹੈ, ਪਰ ਲੋੜ ਤਾਂ ਅਮਲ ਕਰਨ ਦੀ ਹੈ। ਤਿਨਕਾ ਕਾੜਾ ਅੰਦੇਸ਼ਾ ਸਭ ਲਾਹਿਉਨ, ਜਿਨੀ ਸਤਿਗੁਰ ਪੁਰਖ ਧਿਆਇਆ। ਕਾੜਾ ਦਾ ਮਤਲਬ ਹੈਗਾ ਝੋਰਾ, ਫਿਕਰ। ਲਾਹਿਉਨ ਦਾ ਮਤਲਬ ਲਾ ਦਿੱਤਾ। ਜਿਨੀ ਸਤਿਗੁਰ ਪੁਰਖ ਧਿਆਇਆ, ਧਿਆਇਆ ਦਾ ਮਤਲਬ ਧਿਆਨ ਵਿੱਚ ਰੱਖਿਆ। ਜਿਹੜੇ ਮਨੁੱਖ ਸਤਿਗੁਰ ਪੁਰਖ ਦਾ ਧਿਆਨ ਧਰਦੇ ਨੇ, ਧਿਆਨ ਧਰਨ ਦਾ ਮਤਲਬ ਇਹ ਨਹੀਂ ਕਿ ਸਮਾਧੀ ਲਾ ਕੇ ਬੈਠੇ ਰਹਿੰਦੇ ਨੇ। ਧਿਆਨ ਧਰਨ ਦਾ ਮਤਲਬ ਹੈ ਜਿਨ੍ਹਾਂ ਨੇ ਆਪਣੀ ਸੋਚ ਦੇ ਅੰਦਰ ਗੁਰੂ ਦੇ ਸਿਧਾਂਤ ਵਸਾ ਲਏ, ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦੇ ਹਨ, ਜਿਨ੍ਹਾਂ ਨੇ ਸਤਿਗੁਰ ਦੇ ਸਿਧਾਂਤਾਂ ਨੂੰ ਆਪਣੇ ਧਿਆਨ ਵਿੱਚ ਵਸਾਇਆ, ਯਾਨੀ ਅਮਲ ਵਿੱਚ ਲਿਆਂਦਾ। ਪ੍ਰਭੂ ਨੇ ਉਹਨਾਂ ਦਾ ਸਾਰਾ ਝੋਰਾ ਔਰ ਚਿੰਤਾ ਲਾ ਦਿੱਤੀ। ਨਾ ਉਹਨਾਂ ਦੇ ਜੀਵਨ ਦੇ ਅੰਦਰ ਭੂਤਕਾਲ ਦਾ ਪਛਤਾਵਾ ਰਿਹਾ, ਔਰ ਨਾ ਆਉਣ ਵਾਲੇ ਸਮੇਂ ਦੀ ਚਿੰਤਾ ਰਹੀ। ਹੁਣ ਕੱਲ ਦੀਆਂ ਜਿਹੜੀਆਂ ਭਵਿੱਖ ਦੀਆਂ ਸਾਡੀਆਂ ਕੋਈ ਕੰਮ ਕਰਨਾ ਹੈ ਨਾ, ਉਹ ਚਿੰਤਾ ਨਹੀਂ ਹੈ, ਉਹ ਸਾਡੀਆਂ ਜ਼ਿੰਮੇਵਾਰੀਆਂ ਨੇ। ਤੇ ਉਹ ਜ਼ਿੰਮੇਵਾਰੀਆਂ ਦਾ ਧਿਆਨ ਹਰ ਇਨਸਾਨ ਨੂੰ ਰੱਖਣਾ ਚਾਹੀਦਾ ਹੈ। ਚਿੰਤਾ ਉਸ ਚੀਜ਼ ਨੂੰ ਕਹਿੰਦੇ ਨੇ ਕਿ ਪਤਾ ਨਹੀਂ ਕੀ ਹੋਏਗਾ,
ਇੱਕ ਹੀ ਚੀਜ਼ ਬਾਰੇ ਸੋਚੀ ਜਾਣਾ, ਪਤਾ ਨਹੀਂ ਕੀ ਹੋਏਗਾ, ਕਿਵੇਂ ਹੋਏਗਾ, ਕਿਸ ਤਰ੍ਹਾਂ ਹੋਏਗਾ, ਇਹਨਾਂ ਚੀਜ਼ਾਂ ਨੂੰ ਚਿੰਤਾ, ਤਾਂ ਗੁਰਮੁਖ ਦੇ ਅੰਦਰ ਇਹਨਾਂ ਚੀਜ਼ਾਂ ਦੀ ਚਿੰਤਾ ਨਹੀਂ ਹੈ। ਉਹ ਆਪਣੀਆਂ ਭਵਿੱਖ ਦੀਆਂ ਸਕੀਮਾਂ ਬਣਾਉਂਦਾ ਹੈ, ਲੇਕਿਨ ਵਰਤਮਾਨ ਦੇ ਅੰਦਰ ਸੱਚ ਦੇ ਨਾਲ ਜੁੜਿਆ ਹੈ। ਔਰ ਭੂਤਕਾਲ ਦਾ ਵੀ ਉਹਨੂੰ ਪਛਤਾਵਾ ਨਹੀਂ ਹੈ, ਕਿਉਂਕਿ ਉਹਨੇ ਕੁਝ ਗਲਤ ਕੀਤਾ ਨਹੀਂ ਹੁੰਦਾ। ਤਾਂ ਜਿਹੜੇ ਸਤਿਗੁਰ ਪੁਰਖ ਦਾ ਧਿਆਨ ਧਰਦੇ ਨੇ, ਭਾਵ ਧਿਆਨ ਵਿੱਚ ਵਸਾਉਂਦੇ ਨੇ, ਪ੍ਰਭੂ ਉਹਨਾਂ ਦਾ ਸਾਰਾ ਝੋਰਾ ਔਰ ਚਿੰਤਾ ਲਾ ਦਿੰਦਾ ਹੈ। ਤਾਂ ਇੱਥੋਂ ਸਾਨੂੰ ਜੀਣ ਵਾਸਤੇ ਕੀ ਮਿਲ ਰਿਹਾ ਹੈ ਕਿ ਜੇ ਅਸੀਂ ਫੀਲ ਕਰਦੇ ਹਾਂ, ਮਹਿਸੂਸ ਕਰਦੇ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਚਿੰਤਾ ਹੈ, ਝੋਰਾ ਹੈ, ਕੋਈ ਫਿਕਰ ਹੈ, ਤੇ ਜੇ ਅਸੀਂ ਉਸ ਫਿਕਰ ਚਿੰਤਾ ਚੋਂ ਬਾਹਰ ਆਉਣਾ ਚਾਹੁੰਦੇ ਹਾਂ, ਤਾਂ ਉਹਦੇ ਵਾਸਤੇ ਇੱਕੋ ਹੀ ਸਾਧਨ ਹੈ, ਸਤਿਗੁਰ ਪੁਰਖ ਧਿਆਇਆ, ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਤੋਂ ਸੇਧ ਲੈਣੀ ਔਰ ਗੁਰਬਾਣੀ ਮੁਤਾਬਕ ਗਿਆਨ ਗੁਰੂ ਦੀ ਅਗਵਾਈ ਦੇ ਵਿੱਚ ਜ਼ਿੰਦਗੀ ਜੀਣੀ। ਜਨ ਨਾਨਕ ਨਾਮ ਅਰਾਧਿਆ, ਆਪ ਤਰਿਆ ਸਭ ਜਗਤ ਤਰਾਇਆ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਮਨੁੱਖ ਨੇ ਨਾਮ ਅਰਾਧਿਆ, ਅਰਾਧਿਆ ਦਾ ਮਤਲਬ ਧਿਆਨ ਵਿੱਚ ਲਿਆਂਦਾ, ਅਮਲ ਵਿੱਚ ਲਿਆਂਦਾ, ਨਾਮ ਦਾ ਮਤਲਬ ਹੁਕਮ। ਜਿਨ੍ਹਾਂ ਮਨੁੱਖਾਂ ਨੇ, ਜਿਸ ਵੀ ਇਨਸਾਨ ਨੇ ਹੁਕਮ ਦੀ ਅਰਾਧਨਾ ਕੀਤੀ, ਭਾਵ ਹੁਕਮ ਵਿੱਚ ਧਿਆਨ ਰੱਖਿਆ, ਹੁਕਮ ਅਨੁਸਾਰ ਜ਼ਿੰਦਗੀ ਜੀਵੀ, ਜੋ ਰੱਬੀ ਰਜ਼ਾ ਦੇ ਵਿੱਚ ਤੁਰਿਆ, ਆਪ ਤਰਿਆ, ਉਹ ਆਪ ਵੀ ਤਰ ਗਿਆ, ਵਿਕਾਰਾਂ ਤੋਂ ਬਚ ਗਿਆ, ਸਭ ਜਗਤ ਤਰਾਇਆ, ਤੇ ਸਾਰਾ ਜਗਤ, ਜੋ ਵੀ ਜਗਤ ਵਿੱਚੋਂ ਉਹਦੇ ਸੰਪਰਕ ਵਿੱਚ ਆਇਆ, ਉਹ ਵੀ ਤਰ ਗਿਆ। ਸਭ ਜਗਤ ਤਰਾਇਆ ਦਾ ਮਤਲਬ ਕਿ ਸਾਰਾ ਜਗਤ ਜਿਹੜਾ ਸੰਸਾਰ ਹੈ, ਇਹਦੇ ਵਿੱਚੋਂ ਜੋ ਵੀ ਉਸ ਮਨੁੱਖ ਦੇ ਸੰਪਰਕ ਵਿੱਚ ਆਇਆ, ਉਹਨੂੰ ਵੀ ਉਹਨੇ ਪਾਰ ਕਰ ਦਿੱਤਾ, ਉਹਨੂੰ ਵੀ ਉਹਨੇ ਦੱਸਤਾ ਵੀ ਰੱਬੀ ਰਜ਼ਾ ਦੇ ਵਿੱਚ ਤੁਰਨਾ ਹੈ, ਗੁਰੂ ਦੀ ਬਾਣੀ ਮੁਤਾਬਕ ਜ਼ਿੰਦਗੀ ਜੀਣੀ ਹੈ, ਕਿਉਂਕਿ ਉਹਦੇ ਕੋਲ ਆਪਣਾ ਤਜਰਬਾ ਹੈ, ਉਹਦੇ ਕੋਲ ਆਪਣਾ ਐਕਸਪੀਰੀਅੰਸ ਹੈ। ਉਹਨੇ ਗੁਰੂ ਦੀ ਪਾਵਨ ਬਾਣੀ ਨੂੰ ਆਪ ਪੜ੍ਹਿਆ, ਸਮਝਿਆ ਹੈ, ਉਹਦੇ ਮੁਤਾਬਕ ਜ਼ਿੰਦਗੀ ਜੀਵੀ ਹੈ, ਉਹਦੇ ਮੁਤਾਬਕ ਜ਼ਿੰਦਗੀ ਜੀ ਕੇ ਉਹ ਵਿਕਾਰਾਂ, ਪਾਪਾਂ, ਅਪਰਾਧਾਂ ਤੋਂ ਬਚਿਆ ਹੈ। ਤੇ ਉਹਨੇ ਦੂਜੇ ਨੂੰ ਵੀ ਇਹ ਦੱਸ ਦਿੱਤਾ ਕਿ ਪਿਆਰਿਆ, ਤੂੰ ਵੀ ਗੁਰੂ ਦੀ ਪਾਵਨ ਬਾਣੀ ਆਪ ਪੜ੍ਹ, ਆਪ ਵਿਚਾਰ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀ, ਤੇਰਾ ਵੀ ਪਾਰ ਉਤਾਰਾ ਹੋ ਜਾਏਗਾ। ਤੇ ਸਾਰੇ ਜਗਤ ਤੋਂ ਜਿਸ ਨੇ ਵੀ ਉਸ ਚੀਜ਼ ਤੇ ਅਮਲ ਕੀਤਾ, ਉਹ ਵੀ ਤਰ ਗਿਆ। ਇੱਥੋਂ ਸਾਨੂੰ ਇੱਕ ਬਹੁਤ ਵੱਡੀ ਦਾਤ ਮਿਲ ਰਹੀ ਹੈ ਕਿ ਅਸੀਂ ਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪ ਵੀ ਤਰ ਸਕਦੇ ਹਾਂ ਔਰ ਅਸੀਂ ਸਾਰੇ ਜਗਤ ਨੂੰ ਵੀ ਤਾਰ ਸਕਦੇ ਹਾਂ। ਮੀਨਸ ਕਿ ਅਸੀਂ ਜਗਤ ਦੇ ਕੋਨੇ-ਕੋਨੇ ਤੱਕ ਇਹ ਸਿਧਾਂਤ ਪਹੁੰਚਾ ਸਕਦੇ ਹਾਂ, ਪਰ ਪਹੁੰਚਣਗੇ ਕਿਵੇਂ? ਨਿਰਾ ਕਹਿਣ ਨਾਲ ਨਹੀਂ। ਜਿਵੇਂ ਹੁਣ ਮੈਂ ਕਹੀ ਜਾ ਰਿਹਾ ਤਾਂ ਕਹਿਣ ਨਾਲ ਨਹੀਂ। ਇਹ ਤਾਂ ਹੋਏਗਾ ਜੇ ਮੈਂ ਆਪਣੀ ਅਮਲੀ ਜ਼ਿੰਦਗੀ ਜੀਵਾਂਗਾ, ਮੈਂ ਰੋਲ ਮਾਡਲ ਬਣਾਂਗਾ, ਲੋਕ ਮੈਨੂੰ ਅੰਦਰੋਂ ਬਾਹਰੋਂ ਇੱਕ ਤਰ੍ਹਾਂ ਦਾ ਦੇਖਣਗੇ, ਤਾਂ ਫਿਰ ਲੋਕਾਂ ਤੱਕ ਇਹ ਜਿਹੜੀ ਗੱਲ ਹੈ ਪਹੁੰਚਾਈ ਜਾ ਸਕਦੀ ਹੈ, ਅਮਲੀ ਜ਼ਿੰਦਗੀ ਜੀ ਕੇ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਸਾਡਾ ਪਰਿਵਾਰ ਦਾ, ਸਮਾਜ ਦਾ ਭਲਾ ਹੋਵੇ, ਤਾਂ ਹਰ ਇਨਸਾਨ ਨੂੰ ਇਹਨਾਂ ਸਿਧਾਂਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਔਰ ਸ਼ੁਰੂਆਤ ਆਪਣੇ ਆਪ ਤੋਂ ਕਰਨੀ ਚਾਹੀਦੀ। ਪਹਿਲਾ ਚੌਥਾ, ਸਾਰਾ ਦਿਨ ਲਾਲਚ ਅਟਿਆ, ਮਨਮੁਖ ਹੋਰੇ ਗੱਲਾਂ। ਇਹਨੂੰ ਅਟਿਆ ਨਹੀਂ ਪੜਨਾ, ਐੜੇ ਦੇ ਉੱਤੇ ਅੱਧਕ ਲਗਾਵਾਂਗੇ, ਅਟਿਆ। ਤੇ ਹੋਰੇ ਗਲਾ ਨਹੀਂ ਪੜਨਾ, ਗਲਾ। ਗੱਲਾਂ, ਗੱਗੇ ਤੇ ਅੱਧਕ, ਲੱਲੇ ਦੇ ਕੰਨੇ ਨਾਲ ਬਿੰਦੀ, ਗੱਲਾਂ। ਸਾਰਾ ਦਿਨ ਲਾਲਚ ਅਟਿਆ, ਲਾਲਚ ਦੇ ਚੱਚੇ ਨਾਲ ਸਿਹਾਰੀ ਹੈ, ਇਹਦਾ ਮਤਲਬ ਲਾਲਚ ਵਿੱਚ। ਅਟਿਆ ਦਾ ਮਤਲਬ ਭਰਿਆ ਹੋਇਆ, ਲਿਬੜਿਆ ਹੋਇਆ। ਹੋਰੇ ਗੱਲਾਂ ਦਾ ਮਤਲਬ ਹੋਰ ਨਕੰਮੀਆਂ ਗੱਲਾਂ। ਮਨਮੁਖ ਦਾ ਮਤਲਬ ਜੋ ਮਨ ਦੇ ਪਿੱਛੇ ਤੁਰਨ ਵਾਲਾ ਹੈ, ਮਨ ਦਾ ਮੁਰੀਦ ਹੈ, ਆਪ ਖੁਦਰਾ ਹੈ, ਜੋ ਗੁਰਬਾਣੀ ਮੁਤਾਬਕ ਜ਼ਿੰਦਗੀ ਨਹੀਂ ਜੀਂਦਾ, ਜੋ ਕਿਸੇ ਸਿਆਣੇ ਦੀ ਗੱਲ ਮੰਨਣ ਲਈ ਵੀ ਤਿਆਰ ਨਹੀਂ ਹੈ, ਆਪਣੀ ਮਨ ਦੀ ਮਰਜ਼ੀ ਕਰ ਰਿਹਾ ਹੈ, ਵਿਕਾਰਾਂ ਵਿੱਚ ਖਚਤ ਹੈ, ਤਾਂ ਆਪ ਖੁਦਰਾ ਮਨੁੱਖ ਸਾਰਾ ਦਿਨ ਲਾਲਚ ਵਿੱਚ ਲਿਬੜਿਆ ਰਹਿੰਦਾ ਹੈ ਤੇ ਸੱਚ ਨੂੰ ਛੱਡ ਕੇ, ਸੰਤੋਖ ਨੂੰ ਛੱਡ ਕੇ ਹੋਰ ਗੱਲਾਂ ਕਰਦਾ ਹੈ, ਹੋਰੇ ਗੱਲਾਂ, ਹੋਰ ਗੱਲਾਂ, ਲਾਲਚ ਕਰਕੇ। ਲਾਲਚ ਹੋਣ ਕਰਕੇ ਸੱਚ ਦੀ ਗੱਲ ਨਹੀਂ ਕਰਦਾ, ਕਿਉਂਕਿ ਸੱਚ ਬੋਲਣ ਲਈ, ਸੱਚ ਸੁਣਨ ਲਈ ਔਰ ਸੱਚ ਕਮਾਉਣ ਵਾਸਤੇ ਤਿਆਗ ਦੀ ਜ਼ਰੂਰਤ ਪੈਂਦੀ ਹੈ। ਕਈ ਵਾਰ ਅਸੀਂ ਇਹ ਵਿਚਾਰ ਕਰਦੇ ਹਾਂ ਕਿ ਸੱਚ ਸਾਡੀ ਜ਼ਿੰਦਗੀ 'ਚ ਲਾਗੂ ਕਿਉਂ ਨਹੀਂ ਹੋ ਰਿਹਾ, ਕਾਰਨ ਕੀ? ਤਾਂ ਉਹਦਾ ਕਾਰਨ ਇਹ ਹੈ ਕਿ ਸੱਚ ਵਾਸਤੇ ਸਾਨੂੰ ਕੁਛ ਨਾ ਕੁਛ ਤਿਆਗਣਾ ਪੈਣਾ।
ਮੰਨ ਲਓ ਮੈਂ ਰਿਸ਼ਵਤ ਲੈ ਰਿਹਾ ਤੇ ਜੇ ਮੈਂ ਸੱਚ ਨੂੰ ਅਪਣਾਉਣਾ ਚਾਹੁੰਦਾ ਤਾਂ ਰਿਸ਼ਵਤ ਲੈਣੀ ਛੱਡਣੀ ਪਵੇਗੀ। ਮੰਨ ਲਓ ਮੈਂ 2 ਨੰਬਰ ਦੇ ਧੰਦੇ ਕਰਦਾ, ਡੁਪਲੀਕੇਟ ਦਵਾਈਆਂ ਵਗੈਰਾ ਵੇਚਦਾ ਜਾਂ ਕੁਝ ਵੀ, ਤੇ ਜੇ ਮੈਂ ਸੱਚ ਨੂੰ ਅਪਣਾਉਣਾ ਚਾਹੁੰਦਾ ਤਾਂ ਮੈਨੂੰ ਇਹ ਡੁਪਲੀਕੇਟ ਦਵਾਈਆਂ ਵਾਲਾ ਲਾਲਚ ਵਾਲਾ ਕੰਮ ਛੱਡਣਾ ਪਵੇਗਾ। ਉਹਦੇ ਨਾਲ ਕੀ ਹੋਏਗਾ? ਮੈਨੂੰ ਆਰਥਿਕ ਘਾਟਾ, ਤੇ ਇਹ ਤਿਆਗ ਮੈਂ ਕਰਨਾ ਨਹੀਂ ਚਾਹੁੰਦਾ। ਸੱਚ ਬੋਲਣ ਦੇ ਨਾਲ ਮੇਰਾ ਆਰਥਿਕ ਨੁਕਸਾਨ ਹੋ ਸਕਦਾ ਹੈ ਤੇ ਬੰਦਾ ਇਹ ਨੁਕਸਾਨ ਕਰਾਉਣਾ ਨਹੀਂ ਚਾਹੁੰਦਾ। ਦੂਜੀ ਗੱਲ ਇਹ ਹੈ ਕਿ ਸੱਚ ਬੋਲਣ ਦੇ ਨਾਲ ਮੇਰਾ ਫਿਜ਼ੀਕਲੀ ਨੁਕਸਾਨ ਹੋ ਸਕਦਾ ਹੈ। ਸੱਚੀ ਗੱਲ ਕਹਿਣ ਦੇ ਨਾਲ ਜੋ ਝੂਠ ਬੋਲਣ ਵਾਲੇ ਨੇ ਉਹ ਮੇਰੀ ਲੱਤ ਬਾਂਹ ਵੀ ਤੋੜ ਸਕਦੇ ਨੇ, ਉਹ ਮੇਰੀ ਬੇਇੱਜ਼ਤੀ ਕਰ ਸਕਦੇ ਨੇ, ਪੱਗ ਲਾ ਸਕਦੇ ਨੇ, ਉਹ ਮੈਨੂੰ ਜਾਨੋਂ ਵੀ ਮਾਰ ਸਕਦੇ ਨੇ, ਕਿਉਂਕਿ ਸੱਚ ਸਾਚ ਕਹੇ ਤੇ ਛੋ ਆਵੇ। ਇਹ ਸੱਚ ਵਾਸਤੇ ਜੇ ਮੈਂ ਇਹਨਾਂ ਚੀਜ਼ਾਂ ਦਾ ਤਿਆਗ ਕਰ ਸਕਾਂ ਤਾਂ ਮੈਂ ਸੱਚ ਨੂੰ ਅਪਣਾ ਸਕਾਂਗਾ। ਹੁਣ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਜੇ ਸੱਚ ਦਾ ਪ੍ਰਚਾਰ ਪ੍ਰਸਾਰ ਕਰਨ ਲਈ ਨਿਕਲੇ ਨੇ ਤਾਂ ਆਪਣੇ ਬੱਚੇ, ਆਪਣੇ ਪਰਿਵਾਰ, ਮਾਤਾ ਪਿਤਾ ਸਾਰਿਆਂ ਨੂੰ ਛੱਡਣਾ ਪਿਆ ਨਾ, ਸੁੱਖ ਸਾਧਨ ਛੱਡਣੇ ਪਏ ਨੇ, ਨਹੀਂ ਤਾਂ ਘਰ ਆਰਾਮ ਨਾਲ ਮਖਮਲੀ ਗੱਦਿਆਂ ਦਾ ਆਨੰਦ ਲੈ ਸਕਦੇ ਸੀ। ਲੇਕਿਨ ਉਹ ਜੰਗਲਾਂ ਦੇ ਵਿੱਚ ਤੁਰੇ ਨੇ, ਕਿੰਨਾ ਸਫ਼ਰ ਕੀਤਾ ਹੈ, ਕੈਸੇ ਲੋਕਾਂ ਦੇ ਨਾਲ ਉਹਨਾਂ ਦਾ ਵਾਹ ਪਿਆ ਹੈ, ਚਾਹੇ ਉਹ ਸੱਜਣ ਵਰਗੇ ਲੁਟੇਰੇ ਸਨ, ਚਾਹੇ ਕੌਡੇ ਭੀਲ ਵਰਗੇ ਸਨ, ਭੂਮੀਏ ਵਰਗੇ ਸਨ, ਜੋਗੀ ਸਨ, ਜਾਂ ਕਿਤੇ ਵੀ ਗਏ ਨੇ, ਉਹ ਕੈਸੇ ਲੋਕਾਂ ਦੇ ਨਾਲ ਵਾਹ ਪਿਆ ਹੈ। ਤਾਂ ਸੁੱਖਾਂ ਦਾ ਤਿਆਗ ਕੀਤਾ ਹੈ ਤਾਂ ਹੀ ਉਹ ਗਏ ਨੇ। ਗੁਰੂ ਅਰਜਨ ਦੇਵ ਜੀ ਨੇ, ਤੇ ਜੇ ਗੁਰੂ ਅਰਜਨ ਪਾਤਸ਼ਾਹ ਜੀ ਦੇਖੋ ਹੁਣ ਸੱਚ ਦੀ ਗੱਲ ਕਰ ਰਹੇ ਨੇ, ਤੇ ਸੱਚ ਦੀ ਗੱਲ ਕਰਨ ਦੇ ਬਦਲੇ ਮਿਲਿਆ ਕੀ ਹੈ? ਤੱਤੀ ਤਵੀ ਔਰ ਦੇਗ ਦੇ ਵਿੱਚ ਉਬਲਣਾ ਔਰ ਆਖਿਰ ਸ਼ਹੀਦੀ। ਹੁਣ ਕਿੰਨਾ ਵੱਡਾ ਤਿਆਗ ਕਰਨਾ ਪੈ ਰਿਹਾ ਨਾ, ਆਪਣੇ ਸੁੱਖ ਦਾ ਵੀ, ਜਾਨ ਦਾ ਵੀ, ਕਿੰਨੇ ਕਸ਼ਟ ਚੱਲਣੇ ਪੈ ਰਹੇ ਨੇ ਤਾਂ ਸੱਚ ਬੋਲਿਆ ਜਾ ਰਿਹਾ। ਗੁਰੂ ਤੇਗ ਬਹਾਦਰ ਜੀ ਜੇ ਸੱਚ ਦੀ ਗੱਲ ਕਰਦੇ ਨੇ ਤਾਂ ਸ਼ੀਸ਼ ਉਤਾਰਿਆ ਜਾ ਰਿਹਾ ਹੈ। ਭਾਈ ਮਤੀ ਦਾਸ, ਭਾਈ ਸਤੀ ਦਾਸ, ਉਹਨਾਂ ਦਾ ਦੋਸ਼ ਕੀ ਹੈ? ਹਿਊਮਨ ਰਾਈਟਸ ਦੀ ਗੱਲ ਕਰ ਰਹੇ ਨੇ ਕਿ ਭਲਿਓ ਵੀ ਜੇ ਤੁਸੀਂ ਨਹੀਂ ਜਨੇਊ ਪਸੰਦ ਕਰਦੇ ਨਾ ਪਾਓ, ਪਰ ਧੱਕੇ ਨਾਲ ਲਾ ਨਹੀਂ ਸਕਦੇ। ਸੱਚ ਕਿਹਾ ਹੈ ਨਾ, ਸੱਚ ਬੋਲਣ ਕਰਕੇ ਆਰੇ ਨਾਲ ਚਿਰਨਾ ਪਿਆ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚ ਦੀ ਗੱਲ ਕਰਦੇ ਨੇ, ਉਹਨਾਂ ਦੇ ਬੱਚੇ ਨੀਹਾਂ ਤੱਕ ਚਿਣੇ ਗਏ ਨੇ। ਐਸ ਕਰਕੇ ਸੱਚ ਦੁਨੀਆ ਦੇ ਅੰਦਰ ਪ੍ਰਗਟ ਨਹੀਂ ਹੁੰਦਾ, ਕਿਉਂਕਿ ਸੱਚ ਵਾਸਤੇ ਕੁਝ ਤਿਆਗ ਕਰਨਾ ਪਵੇਗਾ, ਤੇ ਤਿਆਗ ਬੰਦਾ ਕਰਨਾ ਨਹੀਂ ਚਾਹੁੰਦਾ। ਦੁੱਖ ਬੰਦੇ ਦੇ ਜੀਵਨ ਵਿੱਚ ਆਣ, ਉਹਨਾਂ ਨੂੰ ਬੰਦਾ ਪ੍ਰਵਾਨ ਨਹੀਂ ਕਰਨਾ ਚਾਹੁੰਦਾ, ਤੇ ਮਨ ਦੇ ਪਿੱਛੇ ਤੁਰਿਆ ਹੋਇਆ ਬੰਦਾ ਜਿਹੜਾ ਹੈ, ਲਾਲਚ ਦੇ ਵਿੱਚ ਫਸਿਆ, ਹੋਰ ਗੱਲਾਂ ਕਰੀ ਜਾਏਗਾ, ਸੱਚ ਦੀ ਗੱਲ ਨਹੀਂ ਕਰੇਗਾ, ਕਿਉਂਕਿ ਲਾਲਚ ਹੈ ਨਾ। ਜੇ ਸੱਚ ਬੋਲੇਗਾ ਲਾਲਚ ਜਾਏਗਾ। ਹੁਣ ਜੇ ਅਸੀਂ ਧਾਰਮਿਕ ਦੁਨੀਆ ਵੱਲ ਇੱਕ ਝਾਤ ਮਾਰੀਏ ਤੇ ਧਾਰਮਿਕ ਦੁਨੀਆ ਵਿੱਚ ਕਿੰਨੇ ਸਾਰੇ ਐਸੇ ਲੋਕ ਨੇ ਜੋ ਇਹ ਕਹਿ ਰਹੇ ਨੇ ਕਿ ਮੈਂ ਜੋਤਸ਼ੀ ਹਾਂ, ਮੈਂ ਤੁਹਾਡੀ ਕਿਸਮਤ ਦੱਸ ਸਕਦਾ ਹਾਂ, ਜਦੋਂ ਕਿ ਇਹ ਬਿਲਕੁਲ ਝੂਠ ਹੈ। ਬਿਲਕੁਲ ਉਹ ਨਹੀਂ ਦੱਸ ਸਕਦੇ, ਬਿਲਕੁਲ ਸਾਡੀ ਕਿਸਮਤ ਨੂੰ ਨਹੀਂ ਬਦਲ ਸਕਦੇ। ਹੁਣ ਜੇ ਉਹ ਸੱਚ ਬੋਲਣ ਕਿ ਇਹ ਸਾਰਾ ਕੁਝ ਝੂਠ ਹੈ ਤਾਂ ਉਹਨਾਂ ਨੂੰ ਆਪਣਾ ਕੰਮ ਛੱਡ ਕੇ ਕੁਝ ਹੋਰ ਕਰਨਾ ਪਵੇਗਾ ਨਾ। ਇਸ ਕਰਕੇ ਉਹ ਇਸ ਸੱਚ ਨੂੰ ਨਹੀਂ ਬੋਲਣਗੇ। ਜਿੰਨੇ ਸਾਡੇ ਬਾਬੇ ਨੇ ਤਿਆਗੀ, ਜਿਹੜੇ ਉਹ ਕਹਿ ਰਹੇ ਨੇ ਕਿ ਪੂਰਨ ਬ੍ਰਹਮ ਗਿਆਨੀ, ਅਸੀਂ ਰੱਬ ਨੂੰ ਪ੍ਰਾਪਤ ਕੀਤਾ ਹੈ, ਜੇ ਅਸੀਂ ਆਹ ਕੰਮ ਕਰਾਂਗੇ, ਤੁਸੀਂ ਇਹ ਕਰੋਗੇ ਤੇ ਸਾਰਾ ਕੁਝ ਮਿਲ ਜਾਏਗਾ। ਉਹਨਾਂ ਨੂੰ ਪਤਾ ਹੈ ਕਿ ਸਾਡੀ ਜ਼ਿੰਦਗੀ ਝੂਠੀ ਹੈ। ਪਰ ਜੇ ਹੁਣ ਇਹ ਸੱਚ ਬੋਲਣ ਕਿ ਸਾਡੇ ਸੇਬਾਂ ਦੇ ਨਾਲ ਮੁੰਡੇ ਨਹੀਂ ਹੋਣੇ, ਸਾਡੇ ਕੋਲ ਕੋਈ ਕਰਾਮਾਤਾਂ ਨਹੀਂ ਹਨ, ਤਾਂ ਫਿਰ ਉਹਨਾਂ ਦੇ ਡੇਰੇ ਜਾਂਦੇ ਨੇ ਨਾ, ਸਾਰੇ ਸੁੱਖਾਂ ਦੇ ਸਾਧਨ ਜਾਂਦੇ ਨੇ। ਇਸ ਕਰਕੇ ਉਹ ਸੱਚ ਨਹੀਂ ਬੋਲਣਗੇ, ਕਿਉਂਕਿ ਉਸ ਚੀਜ਼ ਨੂੰ ਛੱਡਣਾ ਪਵੇਗਾ, ਫਿਰ ਆਮ ਬੰਦੇ ਦੀ ਤਰ੍ਹਾਂ ਜ਼ਿੰਦਗੀ ਜੀਣੀ ਪਵੇਗੀ। ਇਹੀ ਕੰਮ ਰਾਜਨੀਤਿਕਾਂ ਦਾ ਹੈ। ਜੇ ਰਾਜਨੀਤਿਕ ਲੋਕ ਸੱਚ ਬੋਲਣ ਤਾਂ ਸਾਰੇ ਦੇਸ਼ ਦੇ ਅੰਦਰ ਰਿਸ਼ਵਤਖੋਰੀ, ਚੋਰ ਬਜ਼ਾਰੀ ਖਤਮ ਹੋ ਸਕਦੀ ਹੈ। ਪਰ ਸੱਚ ਵਾਸਤੇ ਤਿਆਗ ਦੀ ਲੋੜ ਹੈ ਨਾ। ਕਿਵੇਂ ਆ? ਹੁਣ ਅਸੀਂ ਵਿਦੇਸ਼ਾਂ ਦੀ ਜੇ ਗੱਲ ਕਰੀਏ ਤਾਂ ਇਹਦਾ ਮਤਲਬ ਇਹ ਨਹੀਂ ਕਿ ਇੱਥੇ ਸਾਰੇ ਸੱਚੇ ਨੇ, ਪਰ ਜੇ ਕੋਈ ਛੋਟੀ ਮੋਟੀ ਪ੍ਰੋਬਲਮ ਆ ਜਾਂਦੀ ਹੈ, ਮੰਨ ਲਓ ਟ੍ਰੇਨ ਦੀ ਕਿਤੇ ਟੱਕਰ, ਪਹਿਲੀ ਗੱਲ ਤੇ ਹੁੰਦੀ ਨਹੀਂ, ਹੋ ਜਾਏ ਤਾਂ ਜਿਹੜੇ ਮੰਤਰੀ ਨੇ ਨਾਲ ਦੇ ਨਾਲ ਅਸਤੀਫਾ ਦੇ ਦਿੰਦੇ ਨੇ। ਉਹ ਇਹ ਮਹਿਸੂਸ ਕਰਦੇ ਨੇ ਕਿ ਮੈਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਪਾਇਆ, ਇਸ ਕਰਕੇ ਮੈਂ ਇਹ ਕੰਮ ਛੱਡਦਾ, ਕਿਉਂਕਿ ਮੈਂ ਚਲਾਨ ਜੋਗਾ ਨਹੀਂ ਹਾਂ। ਤੇ ਇੰਡੀਆ ਦੇ ਰਾਜਨੀਤਿਕ ਲੋਕਾਂ ਨੂੰ ਦੱਸ ਰਹੇ ਨੇ ਕਿ ਤੁਸੀਂ ਮਾਸਕ ਪਾਓ, ਸੋਸ਼ਲ ਡਿਸਟੈਂਸ ਬਣਾ ਕੇ ਰੱਖੋ, ਤੇ ਆਪ ਵੱਡੀਆਂ ਰੈਲੀਆਂ ਕਰ ਰਹੇ ਨੇ। ਜੇ ਉਹ ਸੱਚ ਨੂੰ ਅਪਣਾਉਣ ਤੇ ਕੁਝ ਛੱਡਣਾ ਪਏਗਾ ਨਾ। ਇਸੇ ਕਰਕੇ ਰਾਜਨੀਤੀ ਦੀ ਦੁਨੀਆ ਵਿੱਚ ਸੱਚ ਨਹੀਂ ਹੈ।
ਸਮਾਜਿਕ ਦੁਨੀਆ ਨੂੰ ਲੈ ਲਓ, ਸਮਾਜਿਕ ਦੁਨੀਆ ਦਾ ਵੀ ਇਹੀ ਹਾਲ ਹੈ, ਪਰਿਵਾਰਕ ਦੁਨੀਆ ਦਾ ਇਹ ਹਾਲ ਹੈ, ਤੇ ਜੇ ਅਸੀਂ ਪਰਸਨਲ ਲਾਈਫ ਨੂੰ ਲਵੀਏ ਤਾਂ ਸਾਡਾ ਵੀ ਇਹ ਹਾਲ ਹੋ ਜਾਣਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਸਾਰਾ ਦਿਨ ਲਾਲਚ ਅਟਿਆ, ਮਨਮੁਖ ਹੋਰੇ ਗੱਲਾਂ। ਜੋ ਆਪ ਹੁਦਰਾ ਮਨੁੱਖ ਹੈ ਉਹ ਲਾਲਚ ਦੇ ਅੰਦਰ ਲਿਬੜਿਆ ਰਹਿੰਦਾ ਹੈ ਤੇ ਸੱਚ ਨੂੰ ਛੱਡ ਕੇ ਹੋਰ ਗੱਲਾਂ ਕਰਦਾ ਹੈ, ਮਨਮਤ ਦੀਆਂ ਗੱਲਾਂ ਕਰੇਗਾ, ਝੂਠ ਦੀਆਂ ਗੱਲਾਂ ਕਰੇਗਾ। ਰਾਤੀ ਊਂਘ ਹੈ ਦੱਬਿਆ, ਨਵੇਂ ਸੋਤ ਸਭ ਢਿੱਲਾ। ਇੱਥੇ ਰਾਤੀ ਨਹੀਂ ਪੜਨਾ, ਜੇ ਰਾਤੀ ਪੜੋਗੇ ਤੇ ਇਹਦਾ ਅਰਥ ਹੋ ਜਾਏਗਾ ਰੱਤੀ ਹੋਈ, ਰੰਗੀ ਹੋਈ। ਇੱਥੇ ਪੜਨਾ ਹੈ ਰਾਤੀ। ਰਾਤੀ ਦਾ ਮਤਲਬ ਰਾਤ ਨੂੰ। ਊਂਘ ਹੈ ਨਹੀਂ, ਇਹਨੂੰ ਪੜਨਾ ਹੈ ਊਂਘ ਹੈ, ਊਂਘ ਜਾਣਾ। ਨਵੇਂ ਸੋਤ, ਨਵੇਂ ਨਹੀਂ ਨਵੇਂ, ਨਵੇਂ ਦਾ ਮਤਲਬ ਨੌ, ਸੋਤ ਦਾ ਮਤਲਬ ਸਰੋਤ, ਢਿੱਲਾ ਦਾ ਮਤਲਬ ਢਿੱਲੇ, ਊਂਘ ਹੈ ਦਾ ਮਤਲਬ ਨੀਂਦਰ ਵਿੱਚ। ਤੇ ਜਿਹੜਾ ਮਨਮੁਖ ਹੈ ਸਾਰਾ ਦਿਨ ਲਾਲਚ ਦੇ ਅੰਦਰ ਫਸਿਆ, ਹੋਰ ਗੱਲਾਂ ਕਰਦਾ, ਠੱਗੀਆਂ ਠੋਰੀਆਂ ਮਾਰਦਾ ਹੈ, ਰਾਤੀ ਊਂਘ ਹੈ ਦੱਬਿਆ, ਰਾਤ ਨੂੰ ਫਿਰ ਉਹ ਨੀਂਦਰ ਵਿੱਚ ਘੁੱਟਿਆ ਜਾਂਦਾ ਹੈ। ਨਵੇਂ ਸੋਚ ਸਭ ਢਿੱਲਾ, ਤੇ ਜਿਹੜੇ ਸਾਰੇ 9 ਦੇ 9 ਸਰੋਤ ਨੇ ਉਹਦੇ ਗਿਆਨ ਇੰਦਰੀ ਢਿੱਲੇ ਹੋ ਜਾਂਦੇ ਨੇ, ਯਾਨੀ ਉਹ ਸੁਸਤ ਪੈ ਜਾਂਦੇ ਨੇ, ਕੰਮ ਕਰਨਾ ਛੱਡ ਦਿੰਦੇ ਨੇ। ਰਾਤ ਨੂੰ ਸੌਂ ਗਿਆ ਬੰਦਾ ਤਾਂ 9 ਸਾਡੇ ਸਰੋਤ ਨੇ, ਸਾਡੀਆਂ ਅੱਖਾਂ, ਨੱਕ, ਕੰਨ ਆਦਿ, ਇਹ ਗਿਆਨ ਇੰਦਰੀ ਵੀ ਥੱਕ ਕੇ ਢਿੱਲੇ ਹੋ ਗਏ ਤੇ ਬੰਦਾ ਨੀਂਦਰ ਵਿੱਚ ਦੱਬਿਆ ਗਿਆ, ਸੌਂ ਗਿਆ। ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਾਰਾ ਦਿਨ ਲਾਲਚ, ਝੂਠ, ਫਰੇਬ ਵਾਲੇ ਧੰਦੇ ਕਰਕੇ ਰਾਤ ਨੂੰ ਸੌਂ ਜਾਂਦਾ ਹੈ, ਨੀਂਦ ਵਿੱਚ ਦੱਬਿਆ ਜਾਂਦਾ ਹੈ। ਮਨਮੁਖਾਂ ਦਾ ਸਿਰ ਜੋਰਾ ਅਮਰ ਹੈ, ਨਿਤ ਦੇਵੈ ਭਲਾ। ਹੁਣ ਇਹ ਪੰਕਤੀ ਦੀ ਵਿਚਾਰ ਕਰਨ ਲੱਗਿਆਂ ਵਿਦਵਾਨ ਪੁਰਸ਼ਾਂ ਨੇ ਥੋੜਾ ਜਿਹਾ ਭੁਲੇਖਾ ਖਾਦਾ ਹੈ, ਤੇ ਉਹਨਾਂ ਦਾ ਥੋੜਾ ਜਿਹਾ ਖਾਦਾ ਹੋਇਆ ਭੁਲੇਖਾ ਸਾਨੂੰ ਗੁਰਮਤ ਤੋਂ ਦੂਰ ਲੈ ਜਾਂਦਾ ਹੈ। ਹੁਣ ਜੇ ਅਸੀਂ ਇਸ ਪੰਕਤੀ ਦੇ ਅੱਖਰੀ ਅਰਥ ਕਰੀਏ ਤਾਂ ਅੱਖਰੀ ਅਰਥ ਤਾਂ ਇਹਦੇ ਇਹੀ ਕੀਤੇ ਜਾ ਰਹੇ ਨੇ ਕਿ ਮਨਮੁਖਾਂ ਦੇ ਸਿਰ ਤੇ ਇਸਤਰੀਆਂ ਦਾ ਹੁਕਮ ਹੈ, ਮਨਮੁਖਾਂ ਦੇ ਸਿਰ ਜੋਰਾ ਅਮਰ ਹੈ। ਜੋਰਾ ਦਾ ਮਤਲਬ ਇਸਤਰੀਆਂ, ਅਮਰ ਦਾ ਮਤਲਬ ਹੁਕਮ। ਨਿਤ ਦੇਵੇ ਭਲਾ, ਜੋ ਹੁਕਮ ਉਹ ਦਿੰਦੀਆਂ ਨੇ ਮਨੁੱਖ ਨੂੰ ਭਲਾ ਕਰਕੇ ਮੰਨਦੇ ਨੇ, ਯਾਨੀ ਮਨੁੱਖ ਜੋਰੂ ਦਾ ਗੁਲਾਮ ਬਣਿਆ ਹੋਇਆ ਹੈ। ਤੇ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਇੱਥੇ ਔਰਤ ਦੇ ਖਿਲਾਫ ਬੋਲਿਆ ਜਾ ਰਿਹਾ ਹੋਵੇ, ਜਿਵੇਂ ਆਮ ਕਰਕੇ ਔਰਤਾਂ ਦੇ ਖਿਲਾਫ ਚੁਟਕਲੇ ਬਣਾਏ ਵੀ ਹੋਏ ਨੇ। ਉਹ ਇੱਕ ਔਰਤ ਕਹਿ ਰਹੀ ਸੀ ਬੰਦੇ ਨੂੰ, ਕਹਿੰਦੀ ਕਿ ਮੇਰਾ ਵਿਆਹ ਕਿਸੇ ਮੂਰਖ ਬੰਦੇ ਦੇ ਨਾਲ ਹੋ ਗਿਆ, ਕਾਸ਼ ਮੇਰਾ ਵਿਆਹ ਕਿਸੇ ਸਿਆਣੇ ਬੰਦੇ ਦੇ ਨਾਲ ਹੁੰਦਾ, ਮੇਰਾ ਵਿਆਹ ਕਿਸੇ ਸਿਆਣੇ ਬੰਦੇ ਨਾਲ ਹੁੰਦਾ। ਤੇ ਉਹਦਾ ਬੰਦਾ ਟੀਚਰ ਕਰਕੇ ਕਹਿਣ ਲੱਗਾ, ਭਲੀਏ ਪੁਰਸ਼ੇ, ਸਿਆਣਾ ਬੰਦਾ ਵਿਆਹ ਹੀ ਨਹੀਂ ਕਰਾਂਦਾ। ਤੇ ਉਹ ਕਹਿਣ ਲੱਗੀ, ਬਸ ਮੈਂ ਇਹੀ ਸਾਬਤ ਕਰਨੀ ਚਾਹੁੰਦੀ ਸਾਂ ਕਿ ਤੂੰ ਵਿਆਹ ਕਰਾਇਆ, ਤੂੰ ਬੇਵਕੂਫ ਹੈ। ਮੈਂ ਇਹ ਸਾਬਤ ਕਰਨਾ ਚਾਹੁੰਦੀ ਸੀ ਕਿ ਤੂੰ ਬੇਵਕੂਫ ਹੈ। ਕਹਿਣ ਤੋਂ ਮੁਰਾਦ ਔਰਤਾਂ ਦੇ ਖਿਲਾਫ ਚੁਟਕਲੇ ਬਣਾਏ ਨੇ, ਔਰਤਾਂ ਦੇ ਖਿਲਾਫ ਬਹੁਤ ਕੁਝ ਬੋਲਿਆ ਜਾਂਦਾ ਹੈ। ਇੱਥੇ ਉਹ ਗੱਲ ਨਹੀਂ ਹੈ, ਇੱਥੇ ਸਮਝਣ ਵਾਲੀ ਗੱਲ ਹੈ। ਗੱਲ ਹੋ ਰਹੀ ਹੈ ਮਨਮੁਖ ਦੀ, ਤੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਜਿਹੜਾ ਹੈ ਆਚਰਨ ਤੋਂ ਹੀਣਾ ਹੈ। ਇੱਥੇ ਆਚਰਣਹੀਣ ਮਨੁੱਖ ਦੀ ਗੱਲ ਹੋ ਰਹੀ ਹੈ, ਔਰ ਆਚਰਣਹੀਨ ਮਨੁੱਖ ਤੇ ਆਚਰਣਹੀਨ ਔਰਤ ਦੀ ਗੱਲ ਹੋ ਰਹੀ ਹੈ। ਜਿਹੜੀ ਆਚਰਣਹੀਨ ਔਰਤ ਹੈ, ਜੋ ਆਪਣੇ ਤਨ ਨੂੰ ਵੇਚ ਰਹੀ ਹੈ, ਮਨਮੁਖ ਹੁਣ ਉਹਦੇ ਕੋਲ ਜਾ ਰਿਹਾ ਹੈ ਤੇ ਉਹ ਜੋ ਹੁਕਮ ਦਿੰਦੀ ਹੈ ਉਹਨੂੰ ਫਿਰ ਉਹ ਪਾਲਣਾ ਕਰਦਾ ਹੈ। ਉਹਦੇ ਵਾਸਤੇ ਫਿਰ ਚੰਗੇ ਚੰਗੇ ਪਦਾਰਥ ਲੈ ਕੇ ਜਾਂਦਾ ਹੈ, ਕੋਈ ਗਿਫਟ ਲੈ ਕੇ ਜਾਂਦਾ ਹੈ, ਜਾਂ ਪੈਸੇ ਉਹ ਮੰਗਦੀ ਹੈ ਉਹ ਉਹਨੂੰ ਦਿੰਦਾ ਹੈ। ਇਹ ਉਹਨਾਂ ਆਚਰਣਹੀਨ ਲੋਕਾਂ ਦੀ ਗੱਲ ਹੈ, ਨਾ ਕਿ ਆਮ ਔਰਤ ਤੇ ਆਮ ਬੰਦੇ ਦੀ। ਤਾਂ ਜਿਹੜੇ ਮਨ ਦੇ ਪਿੱਛੇ ਆਪ ਖੁਦਰੇ ਕਰੈਕਟਰਲੈਸ ਲੋਕ ਨੇ, ਉਹਨਾਂ ਦੇ ਸਿਰ ਦੇ ਉੱਤੇ ਔਰਤਾਂ ਦਾ ਹੁਕਮ ਹੈ, ਭਾਵ ਕਿ ਉਹ ਕਾਮ ਵਾਸਨਾ ਦੇ ਅਧੀਨ ਹੋਏ ਜੋ ਆਚਰਣਹੀਨ ਔਰਤਾਂ ਨੇ, ਉਹਨਾਂ ਦੇ ਚੱਕਰ ਵਿੱਚ ਨੇ ਔਰ ਉਹਨਾਂ ਦਾ ਹੁਕਮ ਮੰਨਦੇ ਨੇ। ਜੋ ਹੁਕਮ ਦਿੰਦੀਆਂ ਨੇ ਉਹਨਾਂ ਨੂੰ ਭਲਾ ਕਰਕੇ ਮੰਨਦੇ ਨੇ, ਜਾਂ ਉਹਨਾਂ ਨੂੰ ਚੰਗੀਆਂ ਚੰਗੀਆਂ ਵਸਤੂਆਂ ਆਦਿਕ ਪਹੁੰਚਾਉਂਦੇ ਨੇ। ਜੋਰਾਂ ਦਾ ਆਖਿਆ ਪੁਰਖ ਕਮਾਉਂਦੇ, ਸੇ ਅਪਵਿੱਤ ਅਮੇਦ ਖਲਾ। ਅਮੇਦ ਦਾ ਮਤਲਬ ਹੈ ਮਤਹੀਣ, ਖਲ ਦਾ ਮਤਲਬ ਮੂਰਖ, ਔਰ ਖਲ ਦਾ ਮਤਲਬ ਮੂਰਖ, ਤੇ ਅਮੇਦ ਦਾ ਜਿਹੜਾ ਮਤਲਬ ਹੈ ਮਤਹੀਣ, ਅਪਵਿੱਤਰ। ਹੁਣ ਜੇ ਅਸੀਂ ਅੱਖਰੀ ਅਰਥ ਕਰੀਏ ਤਾਂ ਅੱਖਰੀ ਅਰਥ ਤਾਂ ਇਹਦੇ ਇਹੀ ਨੇ ਕਿ ਜੋ ਮਨੁੱਖ ਇਸਤਰੀਆਂ ਦੇ ਕਹੇ ਵਿੱਚ ਤੁਰਦੇ ਨੇ, ਜੋਰਾਂ ਦਾ ਆਖਿਆ ਪੁਰਖ ਕਮਾਉਂਦੇ,
ਸੇ ਅਪਵਿੱਤ ਅਮੇਧ ਖਲਾ, ਉਹ ਆਮ ਤੌਰ ਤੇ ਮਲੀਨ, ਮਤਹੀਨ, ਮੂਰਖ ਬੰਦੇ ਹੁੰਦੇ ਨੇ ਜੋ ਔਰਤਾਂ ਦਾ ਆਖਿਆ ਕਮਾਉਂਦੇ ਨੇ। ਹੁਣ ਦੇਖੋ, ਔਰਤ ਦਾ ਜਿਹੜਾ ਆਖਿਆ, ਜੇ ਕੋਈ ਚੰਗਾ ਕੰਮ ਹੈ ਤਾਂ ਉਹਦਾ ਚੰਗਾ ਕੰਮ ਜੇ ਔਰਤ ਨੇ ਕਿਹਾ ਹੈ ਤੇ ਉਹ ਕਮਾਣਾ ਮੂਰਖ ਬੰਦੇ ਦਾ ਕੰਮ ਥੋੜਾ ਹੈ। ਆਮ ਅਸੀਂ ਕਹਿ ਦਿੰਦੇ ਆ ਫਲਾਂ ਬੰਦਾ ਜੋਰੂ ਦਾ ਗੁਲਾਮ ਹੈ। ਜੇ ਔਰਤ ਕੱਪੜੇ ਧੋ ਰਹੀ ਹੈ, ਦੇਖੋ ਔਰਤ ਜਿਹੜੀ ਸਵੇਰੇ ਸਾਰਿਆਂ ਦੇ ਜਾਗਣ ਤੋਂ ਪਹਿਲਾਂ ਜਾਗਦੀ ਹੈ, ਫਿਰ ਉਹ ਬੱਚਿਆਂ ਦਾ ਆਪ ਇਸ਼ਨਾਨ ਪਾਨ ਕਰਕੇ ਬੱਚਿਆਂ ਵਾਸਤੇ ਨਾਸ਼ਤਾ ਤਿਆਰ ਕਰਦੀ ਹੈ, ਪਤੀ ਲਈ ਤਿਆਰ ਕਰਦੀ ਹੈ, ਪਤੀ ਦਾ ਟਿਫਨ ਤਿਆਰ ਕਰਦੀ ਹੈ, ਬੱਚਿਆਂ ਨੂੰ ਤਿਆਰ ਕਰਕੇ ਬੱਚਿਆਂ ਨੂੰ ਸਕੂਲ ਛੱਡ ਕੇ ਆਂਦੀ ਹੈ, ਆਣ ਕੇ ਫਿਰ ਬਜ਼ੁਰਗ ਸੱਸ ਸਹੁਰੇ ਨੂੰ ਪ੍ਰਸ਼ਾਦਾ ਪਾਣੀ ਦੇ ਰਹੀ ਹੈ, ਉਸ ਤੋਂ ਬਾਅਦ ਘਰ ਦੀ ਸਾਫ਼ ਸਫਾਈ ਕਰ ਰਹੀ ਹੈ, ਫਿਰ ਦੁਪਹਿਰ ਦਾ ਬੱਚਿਆਂ ਦਾ ਖਾਣਾ ਤਿਆਰ ਕਰਨਾ ਹੈ, ਬੱਚਿਆਂ ਨੂੰ ਲੈ ਕੇ ਆ ਰਹੀ ਹੈ, ਪਤੀ ਦੇ ਸ਼ਾਮ ਦਾ ਇੰਤਜ਼ਾਮ ਕਰਨਾ ਹੈ, ਫਿਰ ਸ਼ਾਮ ਨੂੰ ਚਾਹ ਪਾਣੀ ਪਿਆ ਕੇ ਉਹਨਾਂ ਦੇ ਬਰਤਨ ਵਗੈਰਾ ਮਾਂਜ ਕੇ ਸ਼ਾਮ ਦਾ ਖਾਣਾ ਤਿਆਰ ਕਰਨਾ ਹੈ, ਸ਼ਾਮ ਦੇ ਬਰਤਨ ਮਾਂਜਣੇ, ਸਾਰਿਆਂ ਦੇ ਸੌਣ ਤੋਂ ਬਾਅਦ ਔਰਤ ਆਪ ਸੌਂਦੀ ਹੈ। ਇੱਕ ਪਲ ਦਾ ਵੀ ਉਹਦੇ ਕੋਲ ਟਾਈਮ ਨਹੀਂ ਹੈ। ਔਰ ਕਈ ਵਾਰ ਤਾਂ ਔਰਤ ਆਪ ਦੁਪਹਿਰ ਦਾ ਜਾਂ ਸਵੇਰ ਦਾ ਨਾਸ਼ਤਾ ਵੀ ਨਹੀਂ ਕਰ ਪਾਉਂਦੀ, ਦੁਪਹਿਰ ਦਾ ਭੋਜਨ ਨਹੀਂ ਖਾ ਪਾਉਂਦੀ। ਤੇ ਜਿਹੜੀ ਔਰਤ ਇੰਨਾ ਕੰਮ ਕਰ ਰਹੀ ਹੈ, ਮੰਨ ਲਓ ਜੇ ਔਰਤ ਕੱਪੜੇ ਧੋ ਰਹੀ ਹੈ ਤੇ ਜੇ ਕਿਸੇ ਪਤੀ ਨੇ ਕੱਪੜੇ ਸੁੱਕਣੇ ਪਾ ਦਿੱਤੇ ਨੇ ਤਾਰ ਤੇ, ਤਾਂ ਇਹਦੇ ਨਾਲ ਜੋਰੂ ਦਾ ਗੁਲਾਮ ਨਹੀਂ ਹੋ ਗਿਆ। ਲੋਕ ਗੁਆਂਢੀ ਕਹਿਣ ਪਿਓ ਤੇ ਜੋਰੂ ਦਾ ਗੁਲਾਮ ਹੈ, ਕੱਪੜੇ ਸੁਕਾਉਂਦਾ। ਜੇ ਔਰਤ ਸਬਜ਼ੀ ਭਾਜੀ ਰੋਟੀ ਪਾਣੀ ਬਣਾ ਰਹੀ ਹੈ ਤੇ ਜੇ ਪਤੀ ਨਾਲ ਥੋੜੇ ਪਿਆਜ਼ ਚਿਰਵਾ ਦੇਗਾ ਜਾਂ ਧਨੀਆ ਚਿਰਵਾ ਦੇਗਾ ਤੇ ਉਹਦੇ ਨਾਲ ਜੋਰੂ ਦਾ ਗੁਲਾਮ ਨਹੀਂ ਹੁਸਲਿਆ। ਜੇ ਪਤਨੀ ਨੇ ਕਹਿ ਦਿੱਤਾ ਹੈ ਕਿ ਮੇਰੇ ਲਈ ਚਾਹ ਦਾ ਕੱਪ ਬਣਾ ਲਿਓ ਤੇ ਉਹਦੇ ਨਾਲ ਉਹ ਗੁਲਾਮ ਨਹੀਂ ਹੋ ਗਿਆ। ਇਹ ਤਾਂ ਇੱਕ ਦੂਜੇ ਦੇ ਸਹਿਯੋਗੀ ਨੇ ਨਾ। ਤਾਂ ਇੱਥੇ ਜੋਰਾਂ ਦਾ ਆਖਿਆ ਪੁਰਖ ਕਮਾਉਂਦੇ ਸੇ ਅਪਵਿੱਤ ਅਮੇਧ ਖਲਾ ਦਾ ਮਤਲਬ ਉਹਨਾਂ ਆਚਰਨਹੀਨ ਮਨੁੱਖਾਂ ਦੀ ਗੱਲ ਹੈ ਜੋ ਕਾਮ ਵਾਸਨਾ ਦੇ ਅਧੀਨ ਕਰੈਕਟਰਲੈਸ ਔਰਤ ਦੇ ਆਖੇ ਅਨੁਸਾਰ ਸੱਚ ਦੇ ਰਾਹ ਨੂੰ ਤੁਰ ਕੇ ਉਹਨਾਂ ਦੀ ਆਖਿਆ ਕਮਾ ਰਹੇ ਨੇ, ਕਾਮ ਵਾਸਨਾਵਾਂ ਦੇ ਅੰਦਰ ਫਸੇ ਹੋਏ ਗਲਤ ਕਰਮ ਕਰ ਰਹੇ ਨੇ, ਉਹ ਅਪਵਿੱਤਰ ਜੀਵਨ ਵਾਲੇ ਨੇ, ਉਹ ਮਤਹੀਣ ਨੇ, ਉਹ ਮੂਰਖ ਲੋਕ ਨੇ। ਇੱਥੇ ਉਹਨਾਂ ਦੀ ਗੱਲ ਕੀਤੀ ਜਾ ਰਹੀ ਹੈ ਜੋ ਕਰੈਕਟਰਲੈਸ ਔਰਤ ਹੈ ਜਾਂ ਕਰੈਕਟਰਲੈਸ ਆਦਮੀ ਹੈ, ਜੋ ਸੱਚ ਨੂੰ ਛੱਡ ਕੇ ਧਰਮ ਦੇ ਰਾਹ ਨੂੰ ਛੱਡ ਕੇ ਮਾੜੇ ਕਰਮ ਕਰ ਰਹੇ ਨੇ, ਉਹਨਾਂ ਦੀ ਗੱਲ। ਆਮ ਵਿਆਪੇ ਸੁਧ ਨਰ ਸੇ ਜੋਰਾ ਪੁੱਛ ਚਲਾ। ਹੁਣ ਇੱਥੇ ਗੱਲ ਸਪਸ਼ਟ ਵੀ ਹੋ ਰਹੀ ਹੈ। ਆਮ ਵਿਆਪੇ ਜੋ ਵਿਸ਼ੇ ਦੇ ਮਾਰੇ ਹੋਏ ਗੰਦੇ ਆਚਰਨ ਵਾਲੇ ਨੇ, ਉਹੀ ਇਸਤਰੀਆਂ ਤੋਂ ਪੁੱਛ ਕੇ ਤੁਰਦੇ ਨੇ। ਇੱਥੇ ਆਮ ਇਸਤਰੀ ਦੀ ਗੱਲ ਨਹੀਂ ਹੈ, ਇੱਥੇ ਗੱਲ ਹੋ ਰਹੀ ਹੈ ਕਰੈਕਟਰਲੈਸ ਬੰਦੇ ਦੀ ਤੇ ਆਚਰਨਹੀਨ ਔਰਤ ਦੀ, ਕਿ ਆਚਰਨਹੀਨ ਔਰਤ ਦੇ ਆਖੇ ਅਨੁਸਾਰ ਉਹੀ ਮਾੜੇ ਕਰਮ ਕਰਦੇ ਨੇ ਜਿਹੜੇ ਕਾਮ ਵਾਸਨਾਵਾਂ ਦੇ ਅੰਦਰ ਫਸੇ ਹੋਏ ਨੇ। ਇਸਤਰੀ ਪੁਰਸ਼ਾਂ ਦੋਵਾਂ ਦੀ ਗੱਲ ਹੀ ਹੈ। ਜੋ ਆਚਰਨਹੀਨ ਪੁਰਸ਼ ਦੇ ਆਖੇ ਲੱਗ ਕੇ ਕੋਈ ਔਰਤ ਐਸਾ ਕਰਮ ਕਰਦੀ ਹੈ ਤਾਂ ਉਹਨਾਂ ਨੂੰ ਅਪਵਿੱਤਰ ਹੀ ਕਿਹਾ ਜਾਏਗਾ। ਉਹ ਕਾਮ ਵਾਸਨਾਵਾਂ ਕਰਕੇ ਐਸਾ ਕਰ ਰਹੇ ਨੇ, ਕਾਮ ਦੇ ਅੰਦਰ ਖਚਤ ਹੋਣ ਕਰਕੇ ਗਲਤ ਕਰ ਰਹੇ ਨੇ, ਉਹ ਉਹਨਾਂ ਔਰਤਾਂ ਦੇ ਆਖੇ ਵਿੱਚ ਚੱਲਦੇ ਨੇ। ਸਤਿਗੁਰ ਕੇ ਆਖੇ ਜੋ ਚੱਲੇ ਸੋ ਸਤਪੁਰਖ ਭਲ ਭਲਾ। ਭਲ ਭਲਾ ਦਾ ਮਤਲਬ ਭਲਿਆਂ ਤੋਂ ਭਲਾ, ਚੰਗਿਆਂ ਤੋਂ ਚੰਗਾ। ਆਖੇ ਦਾ ਮਤਲਬ ਆਖੇ ਅਨੁਸਾਰ। ਸੱਚੇ ਤੇ ਚੰਗੇ ਤੋਂ ਚੰਗਾ ਮਨੁੱਖ ਉਹ ਹੈ ਜੋ ਸਤਿਗੁਰ ਦੇ ਹੁਕਮ ਵਿੱਚ ਤੁਰਦਾ ਹੈ, ਜੋ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ, ਮਨ ਬਚਨ ਔਰ ਕਰਮ ਕਰਕੇ ਜੋ ਗੁਰੂ ਦੇ ਹੁਕਮ ਦਾ ਧਾਰਨੀ ਹੈ, ਜਿਸ ਦੀ ਮੈਂਟੈਲਿਟੀ ਵੀ ਸੱਚੀ ਹੈ, ਜਿਸ ਦੇ ਬੋਲ ਵੀ ਸੱਚੇ ਨੇ, ਜਿਸ ਦਾ ਬਿਹੇਵੀਅਰ ਵੀ ਸੱਚਾ ਹੈ, ਜੋ ਮਨ ਬਚਨ ਔਰ ਕਰਮ ਕਰਕੇ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀ ਰਿਹਾ ਹੈ, ਉਹ ਮਨੁੱਖ ਭਲਿਆਂ ਤੋਂ ਭਲਾ, ਚੰਗੇ ਤੋਂ ਚੰਗਾ, ਸਭ ਤੋਂ ਚੰਗਾ ਮਨੁੱਖ ਉਹ ਹੈ ਜੋ ਮਨ ਬਚਨ ਕਰਮ ਕਰਕੇ ਗੁਰੂ ਦੇ ਆਸ਼ੇ ਅਨੁਸਾਰ ਚੱਲਦਾ ਹੈ। ਹੁਣ ਦੇਖੋ, ਇੱਥੇ ਗੁਰੂ ਦੇ ਆਸ਼ੇ ਅਨੁਸਾਰ ਚੱਲਣ ਵਾਲੇ ਜੋ ਇਸਤਰੀ ਪੁਰਸ਼ ਨੇ, ਉਹਨਾਂ ਵਾਸਤੇ ਆਪਾਂ ਥੋੜੀ ਜਿਹੀ ਵਿਚਾਰ ਕਰ ਲਈਏ, ਜਿਸ ਕਰਕੇ ਸ਼ਬਦ ਦੀ ਸਾਨੂੰ ਸਮਝ ਆ ਜਾਏ। ਗੁਰੂ ਜੀ ਨੇ ਬਚਨ ਕੀਤਾ ਹੈ, ਧਨ ਫਿਰ ਇਹ ਨਾ ਆਖੀਐ ਬਹਿਨ ਜੇ ਪਿੰਡਾ ਧੋਏ, ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀਏ ਸੋਏ। ਕਿ ਪਤੀ ਔਰ ਪਤਨੀ ਸਿਰਫ ਉਹਨਾਂ ਨੂੰ ਨਹੀਂ ਕਿਹਾ ਜਾਂਦਾ ਜਿਹੜੇ ਕਿਸੇ ਇੱਕ ਸਟੇਜ ਤੇ ਇਕੱਠੇ ਹੋ ਕੇ ਬਹਿ ਜਾਂਦੇ ਨੇ। ਅਸਲੀ ਪਤੀ ਔਰ ਪਤਨੀ ਉਹ ਨੇ ਜੋ ਦੇਖਣ ਨੂੰ ਦੋ ਹੋਣ ਪਰ ਸੋਚ ਉਹਨਾਂ ਦੀ ਇੱਕ ਹੋਵੇ। ਏਕ ਜੋਤ, ਜੋਤ ਦਾ ਮਤਲਬ ਸੋਚ, ਮੈਂਟੈਲਿਟੀ ਚੰਗੀ ਭਲੀ ਹੋਵੇ। ਦੋਏ ਮੂਰਤੀ ਵੇਖਣ ਨੂੰ ਦੋ ਹੋਣ। ਅਸਲੀ ਪਤੀ ਪਤਨੀ ਉਹ ਨੇ। ਉਹ ਪਤਨੀ ਵੀ ਭਲੀ ਹੈ, ਉਹ ਪਤੀ ਵੀ ਭਲਾ ਹੈ।
ਜਿਨ੍ਹਾਂ ਦੀ ਮੈਂਟੈਲਿਟੀ, ਜਿਨ੍ਹਾਂ ਦਾ ਮਨ, ਜਿਨ੍ਹਾਂ ਦੀ ਬੁੱਧ, ਜਿਨ੍ਹਾਂ ਦੇ ਬੋਲ, ਜਿਨ੍ਹਾਂ ਦਾ ਬਿਹੇਵੀਅਰ ਚੰਗਾ ਹੈ। ਤਾਂ ਇੱਥੋਂ ਵੀ ਸਾਨੂੰ ਸਮਝ ਆ ਜਾਂਦੀ ਹੈ ਕਿ ਇਹਨਾਂ ਪਿਛਲੀਆਂ ਲਾਈਨਾਂ ਦੇ ਵਿੱਚ ਔਰਤ ਨੂੰ ਨਹੀਂ ਭੰਡਿਆ ਗਿਆ, ਕਿਸੇ ਹੋਰ ਆਮ ਪੁਰਸ਼ ਨੂੰ ਨਹੀਂ ਭੰਡਿਆ ਗਿਆ। ਇੱਥੇ ਆਚਰਨ ਤੋਂ ਗਿਰੇ ਹੋਏ ਮਨੁੱਖਾਂ ਦੀ ਗੱਲ ਕੀਤੀ ਗਈ ਹੈ। ਉਹ ਗਲਤ ਨੇ, ਜੋ ਇਸ ਸੰਸਾਰ ਸਮਾਜ ਦੇ ਅੰਦਰ ਬਹੁਤ ਕੁਝ ਗਲਤ ਕਰ ਰਹੇ ਨੇ, ਔਰ ਇਹਨਾਂ ਕਾਮ ਵਾਸਨਾਵਾਂ ਕਰਕੇ ਕਿੰਨਾ ਕੁਝ ਗਲਤ ਹੋ ਜਾਂਦਾ ਹੈ। ਉਹ ਅਸੀਂ ਰੋਜ਼ ਅਖਬਾਰਾਂ ਵਿੱਚ ਪੜ੍ਹਦੇ ਹਾਂ ਕਿ 2-2 ਸਾਲ ਦੀਆਂ ਬੱਚੀਆਂ ਦੇ ਨਾਲ ਐਸਾ ਜ਼ਬਰ ਜਨਾਹ, ਨੌਜਵਾਨ ਔਰਤ ਬੱਚੀਆਂ ਦੇ ਨਾਲ ਵਿਚਾਰ ਕਮਾ ਕੇ ਉਹਨਾਂ ਨੂੰ ਸਾੜ ਦੇਣਾ, ਉਹਨਾਂ ਦੇ ਮੂੰਹ ਦੇ ਉੱਤੇ ਤੇਜ਼ਾਬ ਆਦਿਕ ਪਾ ਦੇਣੇ। ਇਹ ਕੌਣ ਲੋਕ ਕਰ ਰਹੇ ਨੇ? ਕਾਮ ਦੇ ਵਿੱਚ ਫਸੇ ਹੋਏ। ਇਸ ਲਈ ਸਤਿਗੁਰ ਕੇ ਆਖਿਆ ਜੋ ਚਲੇ, ਸੋ ਸਤਿਪੁਰਖ ਭਲ ਭਲਾ। ਜੋ ਗੁਰੂ ਦੇ ਦੱਸੇ ਮੁਤਾਬਕ ਜ਼ਿੰਦਗੀ ਜਿੰਦਾ ਹੈ, ਉਹ ਇਨਸਾਨ ਸੱਚਾ ਹੈ, ਔਰ ਉਹ ਇਨਸਾਨ ਦੁਨੀਆ ਦਾ ਸਭ ਤੋਂ ਚੰਗਾ ਔਰ ਭਲਾ ਪੁਰਸ਼ ਹੈ। ਹੁਣ ਅੱਗੇ ਗੁਰੂ ਸਾਹਿਬ ਜੀ ਆਪ ਦੇਖੋ ਕਿੰਨਾ ਪਿਆਰਾ ਬਚਨ ਕਰਕੇ ਸਮਝਾ ਰਹੇ ਨੇ। ਜੋਰਾ ਪੁਰਖ ਸਭ ਆਪ ਉਪਾਇਨ। ਜੋਰਾ ਦਾ ਮਤਲਬ ਜੋਰੂ ਔਰਤਾਂ, ਪੁਰਖ ਦਾ ਮਤਲਬ ਮਨੁੱਖ। ਸਭ ਆਪ ਉਪਾਇਨ, ਇਸਤਰੀਆਂ ਔਰ ਪੁਰਸ਼ ਸਭ ਰੱਬ ਨੇ ਪੈਦਾ ਕੀਤੇ ਨੇ। ਅਸੀਂ ਕਿਸੇ ਨੂੰ ਚੰਗਾ ਜਾਂ ਮਾੜਾ ਨਹੀਂ ਕਹਿ ਸਕਦੇ, ਸਾਰੇ ਹੀ ਰੱਬ ਦੇ ਪੈਦਾ ਕੀਤੇ ਜੀ ਨੇ। ਇਸ ਲਈ ਔਰਤ ਨੂੰ ਭੰਡਿਆ ਨਹੀਂ ਜਾ ਸਕਦਾ, ਕਿਸੇ ਪੁਰਸ਼ ਨੂੰ ਭੰਡਿਆ ਨਹੀਂ ਜਾ ਸਕਦਾ। ਹਰ ਖੇਲ ਸਭ ਖਿਲਾ, ਖਿਲਾ ਦਾ ਮਤਲਬ ਖਿਲਾਰਿਆ ਹੈ। ਇਹ ਜਗਤ ਦਾ ਸਾਰਾ ਖੇਲ ਰੱਬ ਨੇ ਖਿਲਾਰਿਆ ਹੋਇਆ ਹੈ, ਯਾਨੀ ਇਹ ਜਗਤ ਇੱਕ ਖੇਲ ਹੈ। ਇਸ ਖੇਲ ਦੇ ਅੰਦਰ ਔਰਤ ਵੀ ਸ਼ਾਮਲ ਹੈ ਤੇ ਇਸ ਖੇਲ ਦੇ ਅੰਦਰ ਪੁਰਸ਼ ਵੀ ਸ਼ਾਮਲ ਹੈ। ਰੱਬ ਨੇ ਇੱਕ ਖੇਲ ਬਣਾਇਆ ਹੈ। ਹੁਣ ਇਸ ਖੇਲ ਨੂੰ ਸਮਝ ਕੇ ਜੇ ਇਸ ਜ਼ਿੰਦਗੀ ਨੂੰ ਸਮਝਣ ਦਾ ਯਤਨ ਕਰੀਏ ਤਾਂ ਮੇਰੇ ਖਿਆਲ ਦੇ ਅੰਦਰ ਇਹ ਸੰਸਾਰ ਸਵਰਗ ਹੋ ਸਕਦਾ ਹੈ। ਦੇਖੋ ਖੇਲ ਹੈ, ਜੇ ਅਸੀਂ ਆਮ ਮਸ਼ਹੂਰ ਗੇਮ ਕ੍ਰਿਕਟ ਹੀ ਹੈ, ਇਹਨੂੰ ਲੈ ਲਓ, ਫੁੱਟਬਾਲ ਹੈ, ਵਾਲੀਬਾਲ ਹੈ, ਕਬੱਡੀ ਹੈ, ਕੋਈ ਵੀ ਖੇਲ, ਕਿਸੇ ਵੀ ਖੇਲ ਨੂੰ ਲੈ ਲਓ, ਉਹਦੇ ਵਿੱਚ 5, 7 ਜਾਂ 10 ਖਿਡਾਰੀ ਨੇ, 11 ਖਿਡਾਰੀ ਨੇ, ਤੇ ਉਹਨਾਂ ਖਿਡਾਰੀਆਂ ਨੂੰ ਰੋਲ ਸੌਂਪਿਆ ਹੁੰਦਾ ਹੈ, ਡਿਊਟੀ, ਕਿ ਕੋਈ ਗੋਲਕੀਪਰ ਹੈ, ਕੋਈ ਬੋਲਰ ਹੈ, ਕੋਈ ਕੁਛ ਹੈ, ਸਾਰਿਆਂ ਨੂੰ ਕੰਮ ਸੌਂਪਿਆ ਗਿਆ ਹੈ। ਹੁਣ ਇਹ ਟੀਮ ਵਰਕ ਹੈ। ਜੋ ਆਪਣੇ ਆਪਣੇ ਫਰਜ਼ ਨੂੰ, ਜੋ ਰੋਲ ਉਹਨੂੰ ਮਿਲਿਆ ਹੈ, ਪੂਰਾ ਸਹੀ ਇਮਾਨਦਾਰੀ ਦੇ ਨਾਲ ਨਿਭਾਉਂਦਾ ਹੈ ਨਾ, ਉਹ ਬੰਦਾ ਮੈਨ ਆਫ ਦਾ ਮੈਚ ਉਹਨੂੰ ਮਿਲ ਜਾਂਦਾ ਹੈ। ਟੀਮ ਬੇਸ਼ੱਕ ਹਾਰ ਜਾਏ, ਹਾਰੀ ਹੋਈ ਟੀਮ ਦੇ ਖਿਡਾਰੀ ਨੂੰ ਮੈਨ ਆਫ ਦਾ ਮੈਚ ਮਿਲ ਜਾਂਦਾ ਹੈ। ਕਿਉਂ? ਕਿਉਂਕਿ ਜੋ ਉਹਨੂੰ ਡਿਊਟੀ ਦਿੱਤੀ ਗਈ ਸੀ, ਬੜੀ ਇਮਾਨਦਾਰੀ ਔਰ ਤਨਦੇਹੀ ਦੇ ਨਾਲ ਉਹਨੂੰ ਨਿਭਾਇਆ ਹੈ ਖੇਲ ਦੇ ਅੰਦਰ। ਦੂਜੀ ਗੱਲ, ਖੇਲ ਦੇ ਅੰਦਰ ਉਹ ਟੀਮਾਂ ਜਿੱਤਦੀਆਂ ਨੇ ਜੋ ਟੀਮ ਵਰਕ ਨੂੰ ਇਮਾਨਦਾਰੀ ਦੇ ਨਾਲ ਕਰਦੀਆਂ ਨੇ। ਜਿਸ ਟੀਮ ਦਾ ਹਰ ਖਿਡਾਰੀ ਆਪਣੇ ਫਰਜ਼ ਨੂੰ ਬਾਖੂਬੀ ਇਮਾਨਦਾਰੀ ਦੇ ਨਾਲ ਨਿਭਾਉਂਦਾ ਹੈ, ਉਹ ਟੀਮਾਂ ਜਿੱਤ ਜਾਂਦੀਆਂ ਨੇ। ਤੇ ਜਿਹੜੇ ਲੋਕ ਖੇਲ ਦੇ ਨਿਯਮਾਂ ਨੂੰ ਤੋੜਦੇ ਨੇ, ਉਹ ਲੋਕ ਹਾਰ ਜਾਂਦੇ ਨੇ, ਉਹਨਾਂ ਨੂੰ ਮੈਦਾਨ ਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਹੁਣ ਫਿਲਮ ਹੈ, ਫਿਲਮ ਦੇ ਅੰਦਰ ਕਈ ਫਿਲਮਾਂ ਬਹੁਤ ਹਿੱਟ ਹੋ ਜਾਂਦੀਆਂ, ਕਈ ਜਿਹੜੇ ਕਲਾਕਾਰ ਨੇ ਉਹਨਾਂ ਨੂੰ ਬੜਾ ਮਾਣ ਮਿਲਦਾ ਹੈ ਦੁਨੀਆ ਵਿੱਚ। ਕਿਉਂ? ਕਿ ਉਹ ਆਪਣਾ ਰੋਲ ਬੜਾ ਚੰਗਾ ਨਿਭਾਉਂਦੇ ਨੇ। ਇਸੇ ਤਰ੍ਹਾਂ ਅਸੀਂ ਸਮਝ ਸਕਦੇ ਹਾਂ ਕਿ ਕਿਸੇ ਡਰਾਮੇ ਦੇ ਵਿੱਚ ਵੀ ਕੋਈ ਉਹ ਬੰਦਾ ਜਿੱਤ ਜਾਂਦਾ ਹੈ ਜੋ ਰੋਲ ਆਪਣਾ ਚੰਗਾ ਨਿਭਾ ਰਿਹਾ ਹੈ। ਤਾਂ ਇਹ ਜੀਵਨ ਵੀ ਇੱਕ ਖੇਲ ਹੈ। ਇਸ ਖੇਲ ਵਿੱਚ ਔਰਤ ਵੀ ਸ਼ਾਮਲ ਹੈ ਤੇ ਪੁਰਸ਼ ਵੀ ਸ਼ਾਮਲ ਹੈ। ਤੇ ਸਾਨੂੰ ਕੁਝ ਰੋਲ ਮਿਲੇ ਨੇ। ਔਰਤ ਨੂੰ ਰੋਲ ਕਿਹੜਾ ਕਿਹੜਾ ਮਿਲਿਆ ਹੈ? ਔਰਤ ਬੇਟੀ ਹੈ, ਭੈਣ ਹੈ, ਪਤਨੀ ਹੈ, ਮਾਂ ਹੈ, ਨੂੰਹ ਹੈ, ਸੱਸ ਹੈ, ਦਰਾਣੀ ਜਠਾਣੀ ਹੈ, ਨਨਾਣ ਭਰਜਾਈ ਹੈ, ਮਾਮੀ, ਚਾਚੀ, ਤਾਤੀ, ਚਾਚੀ, ਨਾਨੀ ਔਰ ਦਾਦੀ ਆਦਿਕ ਹੈ। ਇਹ ਸਾਰੇ ਰੋਲ ਨੇ, ਰਿਸ਼ਤੇ। ਬੰਦਾ ਬੇਟਾ ਹੈ, ਪਤੀ ਹੈ, ਭਰਾ ਹੈ, ਪਿਤਾ ਹੈ, ਸਹੁਰਾ ਹੈ, ਜਵਾਈ ਹੈ, ਚਾਚਾ ਹੈ, ਤਾਇਆ ਹੈ, ਭਤੀਜਾ ਹੈ, ਫੁੱਫੜ, ਮਾਮਾ, ਨਾਨਾ, ਇਹ ਸਾਰੇ ਰੋਲ ਮਿਲੇ ਨੇ। ਤਾਂ ਜਿਹੜਾ ਇਨਸਾਨ, ਇਸਤਰੀ ਜਾਂ ਪੁਰਸ਼, ਇਸ ਜੀਵਨ ਦੇ ਖੇਲ ਵਿੱਚ ਸੱਚ ਨੂੰ ਬੇਸ ਬਣਾ ਕੇ ਇਮਾਨਦਾਰੀ ਦੇ ਨਾਲ ਆਪਣੇ ਰੋਲ ਨਿਭਾ ਜਾਂਦਾ ਹੈ, ਉਹ ਇਨਸਾਨ ਇਸ ਜੀਵਨ ਖੇਲ ਨੂੰ ਜਿੱਤ ਜਾਂਦਾ ਹੈ। ਤੇ ਜਿਹੜਾ ਆਪਣੇ ਇਹਨਾਂ ਰੋਲ ਨੂੰ ਨਿਭਾਉਣ ਦੇ ਵਿੱਚ ਕੁਤਾਹੀ ਕਰਦਾ ਹੈ, ਉਹ ਜੀਵਨ ਬਾਜੀ ਨੂੰ ਹਾਰ ਜਾਂਦਾ ਹੈ, ਉਹਨੂੰ ਖੇਲ ਚੋਂ ਬਾਹਰ ਕਰ ਦਿੱਤਾ ਜਾਂਦਾ। ਤਾਂ ਪਿਛਲੀਆਂ ਪੰਕਤੀਆਂ ਦੇ ਅੰਦਰ ਉਸ ਇਸਤਰੀ ਪੁਰਸ਼ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਇਸ ਜੀਵਨ ਦੇ ਖੇਲ ਨੂੰ ਸਹੀ ਢੰਗ ਦੇ ਨਾਲ ਫੋਲੋ ਨਹੀਂ ਕੀਤਾ, ਜਿਨ੍ਹਾਂ ਨੇ ਜੀਵਨ ਖੇਲ ਦੇ ਨਿਯਮਾਂ ਨੂੰ ਤੋੜਿਆ ਹੈ।
ਤਾਂ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਇਹ ਇਸਤਰੀਆਂ ਔਰ ਪੁਰਸ਼ ਸਾਰੇ ਪ੍ਰਭੂ ਨੇ ਪੈਦਾ ਕੀਤੇ ਨੇ। ਹਰ ਖੇਲ ਸਭ ਖਿਲਾ ਤੇ ਪ੍ਰਭੂ ਨੇ ਇਹ ਖੇਲ ਖਿਲਾਰਿਆ ਹੈ। ਇਸ ਖੇਲ ਨੂੰ ਅਸਾਂ ਖੇਲਣਾ ਹੈ ਔਰ ਚੰਗੀ ਤਰ੍ਹਾਂ ਖੇਲਣਾ ਹੈ। ਸਭ ਤੇਰੀ ਬਣਤ ਬਣਾਵਣੀ ਨਾਨਕ ਪਲ ਪਲਾ, ਕਿ हे ਪ੍ਰਭੂ ਇਹ ਸੰਸਾਰ ਦੀ ਸਾਰੀ ਬਣਤਰ ਤੇਰੀ ਬਣਾਈ ਹੋਈ ਹੈ ਤੇ ਇਹ ਭਲੇ ਤੋਂ ਭਲੀ ਹੈ। ਜੋ ਕੁਛ ਤੂੰ ਕੀਤਾ ਹੈ ਚੰਗੇ ਤੋਂ ਚੰਗਾ ਕੀਤਾ ਹੈ। ਤਾਂ ਇਹਦਾ ਭਾਵ ਇਹ ਹੈ ਕਿ ਜੇ ਸਾਡੇ ਜੀਵਨ ਦੀ ਬਣਤਰ ਰੱਬ ਬਣਾਵੇ ਤਾਂ ਫਿਰ ਸਭ ਕੁਝ ਭਲਾ ਹੈ, ਫਿਰ ਕੁਝ ਬੁਰਾ ਨਹੀਂ ਹੋਏਗਾ। ਜਦੋਂ ਅਸੀਂ ਆਪਣੇ ਜੀਵਨ ਦੀ ਬਣਤਰ ਆਪ ਬਣਾਉਂਦੇ ਆ ਉਦੋਂ ਗੜਬੜ ਹੋ ਜਾਂਦੀ ਹੈ। ਹੁਣ ਰੱਬ ਨੇ ਬਣਤ ਕੀ ਬਣਾਈ ਹੈ ਕਿ ਇਸ ਕੁਦਰਤ ਦਾ ਇੱਕ ਨਿਯਮ ਹੈ ਨਾ, ਲਾ ਆਫ ਨੇਚਰ, ਜਿਹਨੂੰ ਅਸੀਂ ਰਜਾ ਭਾਣਾ ਲੇਖ ਆਦਿਕ ਕਹਿੰਦੇ ਆ, ਜਿਹਨੂੰ ਅਸੀਂ ਇੱਕ ਸ਼ਬਦ ਸਿਸਟਮ ਰਾਹੀਂ ਵੀ ਸਮਝ ਸਕਦੇ ਹਾਂ। ਰੱਬ ਨੇ ਸਿਸਟਮ ਬਣਾਇਆ ਹੈ ਤੇ ਜੇ ਸਿਸਟਮ ਦੇ ਅੰਦਰ ਜ਼ਿੰਦਗੀ ਜੀਵੀ ਜਾਵੇ ਫਿਰ ਸਭ ਕੁਝ ਭਲਾ ਹੈ, ਕੁਝ ਵੀ ਬੁਰਾ ਨਹੀਂ। ਇਹ ਰਿਸ਼ਤੇ ਨਾਤੇ ਬਹੁਤ ਚੰਗੇ ਨੇ, ਬੜੇ ਪਿਆਰੇ ਨੇ, ਬੜੇ ਮਹਾਨ ਨੇ। ਇਹਨਾਂ ਰਿਸ਼ਤਿਆਂ ਨਾਤਿਆਂ ਦੇ ਅੰਦਰੋਂ ਬਹੁਤ ਵੱਡਾ ਸੁੱਖ, ਆਰਾਮ, ਖੇੜਾ, ਪ੍ਰਸੰਨਤਾ ਨਿਕਲ ਸਕਦੀ ਹੈ। ਪਰ ਜਦੋਂ ਉਸ ਰੱਬ ਦੀ ਬਣਾਈ ਬਣਤਰ ਨੂੰ ਅਸੀਂ ਭੁੱਲ ਜਾਂਦੇ ਹਾਂ, ਉਸ ਸਿਸਟਮ ਨੂੰ ਅਸੀਂ ਤੋੜਦੇ ਹਾਂ, ਉਦੋਂ ਫਿਰ ਇਹ ਰਿਸ਼ਤੇ ਨਾਤੇ ਸਾਰੇ ਫਿੱਕੇ ਹੋ ਜਾਂਦੇ ਨੇ। ਉਦੋਂ ਇਹਨਾਂ ਰਿਸ਼ਤਿਆਂ ਨਾਤਿਆਂ ਦੇ ਅੰਦਰ ਬੜੇ ਵੱਡੇ ਵੱਡੇ ਦੁਖਾਂਤ ਵਾਪਰਦੇ ਨੇ। ਉਦੋਂ ਇਹ ਰਿਸ਼ਤੇ ਨਾਤੇ ਦੁੱਖਾਂ ਦਾ, ਅਸ਼ਾਂਤੀ ਦਾ ਕਾਰਨ ਬਣ ਜਾਂਦੇ ਨੇ ਔਰ ਮਨੁੱਖ ਆਪਣੀ ਸਾਰੀ ਜ਼ਿੰਦਗੀ ਨੂੰ ਬਰਬਾਦ ਕਰ ਦਿੰਦਾ ਹੈ। ਅਗਲਾ ਵਚਨ ਗੁਰੂ ਜੀ ਕਰਦੇ ਨੇ, ਤੂੰ ਵੇ ਪਰਵਾਹ ਅਥਾਹ ਹੈ ਅਤੁਲ ਕਿਉਂ ਤੁਲਿਐ। ਇਹ ਪ੍ਰਭੂ ਤੂੰ ਅਤੁਲ ਹੈ, ਤੈਨੂੰ ਤੋਲਿਆ ਨਹੀਂ ਜਾ ਸਕਦਾ। ਭਾਵ ਕਿ ਪ੍ਰਭੂ ਦਾ, ਪ੍ਰਭੂ ਦੇ ਸੰਸਾਰ ਦਾ, ਕੁਦਰਤ ਦਾ ਅੰਤ ਨਹੀਂ ਪਾਇਆ ਜਾ ਸਕਦਾ। ਔਰ ਇਹ ਕੁਦਰਤ ਤੇ ਕੁਦਰਤ ਦੇ ਨੇਮ ਬੇਪਰਵਾਹ ਨੇ, ਇਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਹੈ, ਕਿਸੇ ਦਾ ਡਰ ਨਹੀਂ, ਭੌ ਨਹੀਂ। ਸੂਰਜ ਨੇ ਆਪਣੇ ਟਾਈਮ ਨਾਲ ਦਿਸਣਾ ਹੈ, ਆਪਣੇ ਟਾਈਮ ਨਾਲ ਦਿਸਣੋਂ ਬੰਦ ਹੋ ਜਾਣਾ ਹੈ। ਧਰਤੀ ਸੂਰਜ ਦੇ ਚੁਫੇਰੇ ਘੁੰਮ ਰਹੀ ਹੈ, ਚੰਦਰਮਾ ਧਰਤੀ ਦੇ ਚੁਫੇਰੇ ਘੁੰਮ ਰਿਹਾ ਹੈ। ਦਿਨ ਰਾਤ ਨੇ, ਮੌਸਮ ਨੇ, ਇਹ ਸਾਰਾ ਕੁਝ ਚੱਲੀ ਜਾ ਰਿਹਾ ਹੈ। ਇਸ ਸਿਸਟਮ ਨੂੰ ਕਿਸੇ ਦੀ ਪਰਵਾਹ ਨਹੀਂ, ਰਾਜੇ ਦੀ, ਬਾਦਸ਼ਾਹ ਦੀ, ਗਰੀਬ ਦੀ, ਅਮੀਰ ਦੀ, ਕਿਸੇ ਦੇ ਨਾਲ ਵਿਤਕਰਾ ਕਰਨ, ਐਸਾ ਨਹੀਂ ਹੈ। ਸਾਨੂੰ ਇਹਨਾਂ ਨੂੰ ਫੋਲੋ ਕਰਨਾ ਪੈਣਾ ਹੈ। ਤੂੰ ਅਤੁੱਲ ਹੈ, ਬੇਪਰਵਾਹ ਹੈ, ਤੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਜ਼ਮੀਨ ਦੇ ਵਿੱਚ ਕੋਈ ਕੀ ਬੀਜਦਾ ਹੈ, ਤੂੰ ਉਹੀ ਕੁਛ ਉਗਾ ਦਿੰਦਾ ਹੈ, ਉਹਨੂੰ ਆਪਣਾ ਫਲ ਆਪ ਭੁਗਤਣਾ ਪੈਂਦਾ ਹੈ। ਸੇ ਵਡਭਾਗੀ ਜੇ ਤੁਧ ਧਿਆਏਂਦੇ ਜਿਨ ਸਤਿਗੁਰ ਮਿਲੀਏ। ਗੁਰੂ ਜੀ ਕਹਿੰਦੇ ਨੇ ਉਹ ਵੱਡੇ ਭਾਗਾਂ ਵਾਲੇ ਨੇ ਜੇ ਤੁਧ ਧਿਆਏਂਦੇ। ਧਿਆਏਂਦੇ ਦਾ ਮਤਲਬ ਇਹ ਨਹੀਂ ਕਿ ਸਮਾਧੀ ਲਾ ਕੇ ਬੈਠੇ ਨੇ ਜਾਂ ਮਾਲਾ ਫੇਰ ਰਹੇ ਨੇ। ਧਿਆਏਂਦੇ ਦਾ ਮਤਲਬ ਜਿਨ੍ਹਾਂ ਨੇ ਤੈਨੂੰ ਆਪਣੇ ਧਿਆਨ ਵਿੱਚ ਰੱਖਿਆ ਹੈ, ਜਿਨ੍ਹਾਂ ਨੇ ਆਪਣੇ ਧਿਆਨ ਦੇ ਅੰਦਰ ਤੇਰੇ ਗੁਣ ਵਸਾਏ ਨੇ, ਜਿਨ੍ਹਾਂ ਨੇ ਆਪਣੀ ਸੁਰਤ ਨੂੰ ਤੇਰੇ ਗੁਣਾਂ ਦੇ ਨਾਲ ਜੋੜਿਆ ਹੈ, ਉਹ ਵੱਡੇ ਭਾਗਾਂ ਵਾਲੇ ਨੇ। ਤੇ ਜਿਨ੍ਹਾਂ ਨੇ ਭਾਈ ਅਵਗੁਣਾਂ ਦੇ ਨਾਲ ਜੋੜ ਰਿਹਾ ਹੈ, ਆਟੋਮੈਟਿਕਲੀ ਉਹ ਬਦਕਿਸਮਤ ਨੇ। ਇਸ ਲਈ ਕਿਸਮਤ ਨਾਮ ਦੀ ਕੋਈ ਚੀਜ਼ ਨਹੀਂ ਜੋ ਰੱਬ ਸਾਡੀ ਲਿਖ ਕੇ ਘੱਲਦਾ ਹੈ। ਕਿਸਮਤ ਬੰਦਾ ਆਪਣੀ ਆਪ ਲਿਖਦਾ ਹੈ, ਚਾਹੇ ਚੰਗੀ ਬਣਾ ਲਓ ਜਾਂ ਮਾੜੀ ਬਣਾ ਲਓ। ਜਿਹੜੇ ਰੱਬੀ ਗੁਣਾਂ ਦੇ ਧਾਰਨੀ ਨੇ ਉਹ ਖੁਸ਼ਕਿਸਮਤ ਨੇ, ਤੇ ਜੋ ਰੱਬੀ ਗੁਣਾਂ ਨਾਲੋਂ ਟੁੱਟ ਜਾਂਦੇ ਨੇ ਉਹ ਬਦਕਿਸਮਤ ਹੋ ਜਾਂਦੇ ਨੇ। ਪਰ ਵਡਭਾਗੀ ਕੌਣ ਨੇ? ਜਿਨ ਸਤਿਗੁਰ ਮਿਲੀਏ, ਜਿਨ੍ਹਾਂ ਨੂੰ ਸਤਿਗੁਰ ਮਿਲਿਆ ਹੈ, ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਨੇ, ਉਹ ਵੱਡੇ ਭਾਗਾਂ ਵਾਲੇ ਨੇ, ਕਿਉਂਕਿ ਉਹ ਤੇਰੇ ਗੁਣਾਂ ਦਾ ਧਿਆਨ ਧਰਦੇ ਨੇ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਸਤਿਗੁਰ ਦੀ ਜੋ ਬਾਣੀ ਹੈ ਸਤ ਸਰੂਪ, ਰੱਬ ਦਾ ਹੀ ਰੂਪ ਹੈ। ਸਤਿਗੁਰ ਦੀ ਬਾਣੀ ਸੱਚੇ ਪ੍ਰਭੂ ਦਾ ਰੂਪ ਹੈ। ਇਹ ਚੀਜ਼ ਸਮਝਣ ਵਾਲੀ ਹੈ। ਹੁਣ ਕਈ ਵਾਰ ਤੁਸੀਂ ਮੈਨੂੰ ਕਹਿੰਦੇ ਹੋ ਕਿ ਤੂੰ ਮੇਰੀ ਗੱਲ ਮੰਨ ਜਾਂ ਮੈਨੂੰ ਮੰਨ। ਹੁਣ ਮੈਨੂੰ ਮੰਨ ਜਾਂ ਮੇਰੀ ਗੱਲ ਨੂੰ ਮੰਨ, ਇੱਕੋ ਹੀ ਚੀਜ਼ ਹੈ। ਮੇਰੀ ਗੱਲ ਔਰ ਮੈਂ ਇੱਕ ਹੀ ਚੀਜ਼ ਆ। ਇਸ ਲਈ ਗੁਰੂ ਦੀ ਬਾਣੀ ਔਰ ਗੁਰੂ ਇੱਕ ਹੀ ਨੇ, ਤੇ ਸਤਿਗੁਰ ਦੀ ਬਾਣੀ ਰੱਬ ਦਾ ਹੀ ਰੂਪ ਹੈ। ਸਤਿਗੁਰ ਦੀ ਬਾਣੀ ਰੱਬ ਦਾ ਰੂਪ ਹੈ, ਕਿਉਂਕਿ ਰੱਬ ਦੀ ਸਿਫਤ ਸਲਾਹ ਹੈ ਇਹਦੇ ਵਿੱਚ। ਰੱਬ ਦੇ ਗੁਣਾਂ ਦੀ ਗੱਲ ਕਰ ਰਹੀ ਹੈ ਬਾਣੀ, ਰੱਬ ਦੇ ਹੁਕਮ ਦੀ ਗੱਲ ਕਰ ਰਹੀ ਹੈ ਬਾਣੀ। ਇਸ ਲਈ ਬਾਣੀ ਰੱਬ ਦਾ ਹੀ ਰੂਪ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ, ਬੜਾ ਕੀਮਤੀ ਸ਼ਬਦ ਹੈ। ਗੁਰਬਾਣੀ ਬਣੀਏ ਦਾ ਮਤਲਬ ਗੁਰਬਾਣੀ ਦੇ ਰਾਹੀਂ ਰੱਬ ਬਣ ਜਾਈਦਾ ਹੈ, ਰੱਬ ਵਰਗੇ ਬਣ ਜਾਈਦਾ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰੂ ਦੀ ਪਾਵਨ ਬਾਣੀ ਰੱਬ ਦਾ ਰੂਪ ਹੈ। ਗੁਰਬਾਣੀ ਬਣੀਏ ਦਾ ਮਤਲਬ ਜੇ ਅਸੀਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੀਏ ਤੇ ਅਸੀਂ ਰੱਬ ਵਰਗੇ ਹੋ ਸਕਦੇ ਹਾਂ, ਰੱਬ ਦਾ ਮਿਲਾਪ ਹੋ ਸਕਦਾ ਹੈ। ਅਬ ਤੋ ਜਾਏ ਚੜ੍ਹੇ ਸਿੰਘਾਸਨ ਮਿਲੇ ਹੈ ਸਾਰਿੰਗ ਪਾਣੀ,
ਰਾਮ ਕਬੀਰਾ ਏਕ ਪੈ ਹੈ ਕੋਈ ਨਾ ਸਕੇ ਪਛਾਨੀ। ਦੇਖੋ ਕਿੰਨਾ ਸੌਖਾ ਸਾਧਨ। ਇੱਥੇ ਕੋਈ ਮਾਲਾ ਫੇਰਨ ਦੀ ਗੱਲ ਨਹੀਂ ਕੀਤੀ, ਕੋਈ ਤਿਆਗ ਦੀ ਗੱਲ ਨਹੀਂ ਕੀਤੀ, ਸਮਾਧੀਆਂ ਦੀ ਗੱਲ ਨਹੀਂ ਕੀਤੀ, ਦਸਮ ਦੁਆਰ ਵਿੱਚ ਪ੍ਰਾਣ ਚੜਾਉਣ ਦੀ ਗੱਲ ਨਹੀਂ, ਇੱਥੇ ਦਾਨ ਪੁੰਨ ਕਰਨ ਦੀ ਗੱਲ ਨਹੀਂ, ਬਾਬਿਆਂ ਕੋਲ ਜਾਣ ਦੀ ਗੱਲ ਨਹੀਂ, ਇੱਥੇ ਵਰਤ ਨਰਾਤੇ ਸਰਾਧ ਕਰਨ ਦੀ ਗੱਲ ਨਹੀਂ, ਮੂਰਤੀਆਂ ਪੂਜਣ ਦੀ ਗੱਲ ਨਹੀਂ, ਇੱਥੇ ਮਾਲਾ ਫੇਰਨ ਦੀ ਗੱਲ ਨਹੀਂ ਹੈ, ਇੱਥੇ ਤਿਆਗ ਦੀ ਨਹੀਂ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣੀ ਹੈ। ਗ੍ਰਸਤ ਘਰ ਦੇ ਅੰਦਰ ਰਹਿੰਦਿਆਂ ਰੱਬ ਵਰਗੇ ਹੋ ਜਾਣਾ ਹੈ। ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ ਸੇ ਕੂੜਿਆਰ ਕੂੜੇ ਝੜ ਪੜੀਏ। ਝੜ ਪੜੀਏ ਦਾ ਮਤਲਬ ਝੜ ਪੈਂਦੇ ਨੇ, ਕੱਚ ਪਿੱਲ ਦਾ ਮਤਲਬ ਕੱਚਾ ਪਿੱਲਾ ਬੋਲਣਾ, ਜਿਹਨੂੰ ਅਸੀਂ ਆਮ ਕਹਿ ਦਿੰਦੇ ਆ ਫਲਾਂ ਬੰਦਾ ਬਕਵਾਸ ਕਰ ਰਿਹਾ ਹੈ ਜਾਂ ਬਕ ਕਰ ਰਿਹਾ ਹੈ, ਝੂਠ ਬੋਲਦਾ, ਛੱਡੋ ਪਰੇ। ਹੁਣ ਕਈ ਹੋਰ ਕੂੜ ਦੇ ਵਪਾਰੀ ਨੇ, ਕੂੜਿਆਰ, ਸਤਿਗੁਰ ਦੀ ਰੀਸੇ ਕੱਚ ਪਿੱਚ ਬੋਲਦੇ ਨੇ, ਆਪਣੀ ਕੱਚੀ ਪਿੱਲੀ ਰਚਨਾ ਬਣਾਈ ਜਾ ਰਹੇ ਨੇ, ਗੁਰੂ ਦੇ ਮੁਕਾਬਲੇ ਤੇ ਆਪਣੀ ਬਾਣੀ ਰਚਨਾ ਕਰਨ ਦਾ ਯਤਨ ਵੀ ਕੀਤਾ, ਜਿਨ੍ਹਾਂ ਦੇ ਅੰਦਰ ਬਹੁਤ ਸਾਰੇ ਲੋਕ ਉਦੋਂ ਮੌਜੂਦ ਸਨ। ਔਰ ਬਾਬੇ ਪ੍ਰਿਥੀ ਦੇ ਪੁੱਤਰ ਨੇ ਤਾਂ ਆਪਣੀ ਬਾਣੀ ਜਿਹੜੀ ਹੈ ਉਹ ਵੱਖਰੀ ਬਣਾ ਵੀ ਲਈ ਸੀ। ਖੈਰ, ਹੋਰ ਲੋਕ ਨੇ ਅੱਜ ਵੀ ਐਸੇ ਜੋ ਸਤਿਗੁਰ ਦੀ ਰੀਸ ਤੇ ਬੋਲਦੇ ਨੇ, ਸਤਿਗੁਰ ਵਰਗੇ ਕੱਪੜੇ ਪਾਉਣ ਦਾ ਯਤਨ ਕਰਦੇ ਨੇ। ਅੱਜ ਉਹ ਕਿੱਥੇ ਬੈਠੇ ਨੇ ਆਪ ਸਾਰੇ ਸਮਝ ਸਕਦੇ ਹੋ ਕਿ ਜੇ ਸਤਿਗੁਰ ਦੀ ਰੀਸ ਕਰਕੇ ਕੋਈ ਬੰਦਾ ਕੱਚ ਪਿੱਚ ਬੋਲੇ, ਗੁਰੂ ਵਰਗੇ ਕੱਪੜੇ ਪਾ ਲਵੇ, ਗੁਰੂ ਵਰਗਾ ਰੂਪ ਬਣਾ ਲਵੇ, ਤੇ ਫਿਰ ਬੋਲੀ ਜਾਏ ਕਿ ਮੇਰੇ ਵਿੱਚ ਕਰਾਮਾਤ ਹੈ, ਮੈਂ ਤੁਹਾਡੇ ਭਵਿੱਖ ਬਦਲ ਸਕਦਾ, ਮੈਂ ਤੁਹਾਨੂੰ ਮੁੰਡੇ ਕੁੜੀਆਂ ਦੇ ਸਕਦਾ, ਮੈਂ ਤੁਹਾਡੇ ਦੁੱਖ ਦੂਰ ਕਰ ਸਕਦਾ, ਤਾਂ ਬਕਵਾਸ ਹੀ ਹੈ ਨਾ, ਕੱਚ ਪਿੱਚ ਹੀ ਹੈ ਨਾ। ਸੇ ਕੂੜਿਆਰ ਕੂੜੇ ਝੜ ਪੜੀਏ, ਉਹ ਝੜ ਪੈਂਦੇ ਨੇ, ਯਾਨੀ ਉਹਨਾਂ ਦਾ ਪਾਜ ਖੁੱਲ ਜਾਂਦਾ ਹੈ। ਔਰ ਦੇਖੋ ਕਰੋਨਾ ਕਰਕੇ ਕਿੰਨਾ ਵੱਡਾ ਨੁਕਸਾਨ ਹੋਇਆ ਹੈ, ਫਾਈਨੈਂਸ਼ਲੀ ਵੀ ਕਿੰਨੇ ਪਿਆਰੇ ਪਿਆਰੇ ਲੋਕ ਸਾਡੇ ਚਲੇ ਗਏ, ਮੌਤ ਦੇ ਮੂੰਹ ਵਿੱਚ ਚਲੇ ਗਏ, ਕਈ ਘਰ ਦੇ ਘਰ ਬਰਬਾਦ ਹੋ ਗਏ। ਪਰ ਇੱਕ ਗੱਲ ਤਾਂ ਕਰੋਨਾ ਨੇ ਸਾਫ਼ ਕਰਤੀ ਕਿ ਜਿੰਨੇ ਵੀ ਆ ਸਾਡੇ ਬਾਬੇ ਨੇ, ਜਿੰਨੇ ਕਰਾਮਾਤੀ ਸਨ, ਕਿ ਆਸ਼ੀਰਵਾਦ ਦੇ ਨਾਲ ਦੁੱਖ ਦੂਰ ਹੁੰਦਾ ਹੈ, ਭੇਟਾ ਚੜਾਓ। ਹੁਣ ਉਹਨਾਂ ਕੋਲ ਕੋਈ ਭੇਟਾ ਲੈਣ ਜਾਏ, ਬਾਬੇ ਅੱਗੇ ਅੱਗੇ ਭੱਜਦੇ ਨੇ ਵੀ ਮੈਨੂੰ ਭੇਟਾ ਨਹੀਂ ਚਾਹੀਦੀ, ਮਤੇ ਇਹਨਾਂ ਨੋਟਾਂ ਦੇ ਨਾਲ ਕਰੋਨਾ ਵਾਲੇ ਹੱਥ ਲੱਗੇ ਹੋਣ। ਕੋਈ ਬਾਬਾ ਆਇਆ ਸਾਹਮਣੇ, ਕੂੜ ਝੜ ਪਿਆ ਨਾ। ਜੇ ਕੋਈ ਕਰਾਮਾਤ ਹੁੰਦੀ ਤਾਂ ਉਹ ਇਹ ਕਰਾਮਾਤ ਕਰਕੇ ਲੋਕਾਂ ਨੂੰ ਬਚਾ ਲੈਂਦੇ। 72,65,000 ਸਾਧੂ ਨੇ ਇੰਡੀਆ ਵਿੱਚ, 71 ਲੱਖ ਹਿੰਦੂ ਵੀਰਾਂ ਦੇ ਤੇ 1,65,70,000 ਸਿੱਖਾਂ ਦੇ, ਸਾਰੇ ਇਕੱਠੇ ਕਰਕੇ ਕਰੋਨਾ ਦੀ ਸਮੱਸਿਆ ਹੱਲ ਕਰਾ ਦਿੰਦੇ। ਲੇਕਿਨ ਕੂੜ ਹੈ, ਕੂੜ ਝੜ ਪੈਂਦਾ ਹੈ। ਸਤਿਗੁਰ ਕੀ ਰੀਸ ਹੈ ਹੋਰ ਕੱਚ ਪਿੱਚ ਬੋਲਦੇ ਸੇ ਕੂੜਿਆਰ ਕੂੜੇ ਝੜ ਪੜੀਏ। ਕਈ ਹੋਰ ਕੂੜ ਦੇ ਵਪਾਰੀ ਸਤਿਗੁਰ ਦੀ ਰੀਸ ਕਰਕੇ ਕੱਚੀ ਪਿੱਲੀ ਰਚਨਾ ਰਚਦੇ ਨੇ, ਪਰ ਉਹ ਹਿਰਦੇ ਵਿੱਚ ਕੂੜ ਹੋਣ ਕਰਕੇ, ਮਾਨਸਿਕਤਾ ਉਹਨਾਂ ਦੀ ਝੂਠੀ ਹੋਣ ਕਰਕੇ ਝੜ ਪੈਂਦੇ ਨੇ। ਭਾਵ ਕਿ ਸਤਿਗੁਰ ਦੀ ਬਰਾਬਰੀ ਨਹੀਂ ਕਰ ਸਕਦੇ। ਸਤਿਗੁਰ ਤਾਂ ਗਰੀਬ ਦੇ ਹੱਕ ਜਦੋਂ ਕੋਈ ਖਾਂਦਾ ਹੈ, ਦਿੱਲੀ ਜਾ ਕੇ ਸ਼ੀਸ਼ ਆਪਣਾ ਕੁਰਬਾਨ ਕਰ ਦਿੰਦੇ ਨੇ, ਤੱਤੀ ਤਵੀ ਤੇ ਬਹਿ ਜਾਂਦੇ ਨੇ। ਗੁਰੂ ਆਪਣੇ ਬੱਚੇ ਵੀ ਵਾਰ ਕੇ ਕਹਿੰਦੇ ਨੇ, 4 ਮਰ ਗਏ, ਕਿ ਇਹ ਸਾਰਾ ਸਿੱਖ ਜਗਤ ਮੇਰੇ ਹੀ ਬੱਚੇ ਨੇ, ਫਿਰ ਕੀ ਹੋਇਆ। ਲੇਕਿਨ ਅੱਜ ਗੁਰੂ ਦੀ ਰੀਸ ਸਤਿਕਾਰ ਕਰਾਉਣ ਵਾਲੇ ਕਿਸਾਨ ਕਿੰਨੇ ਸਾਰੇ ਲੋਕ ਦਿੱਲੀ ਦੇ ਵਿੱਚ ਬੈਠੇ ਨੇ ਆਪਣੇ ਹੱਕਾਂ ਵਾਸਤੇ। ਤੇ ਜੇ ਇਹ ਸਾਰੇ ਬਾਬੇ ਕਹਿਣ ਯਾਰ ਅਸੀਂ ਤੁਹਾਡੇ ਤੋਂ ਬੋਰੀਆਂ ਲੈਣੇ ਆ, ਤੁਹਾਡੇ ਕਰਕੇ ਸਾਡੇ ਘਰ-ਬਾਰ ਚੱਲ ਰਹੇ ਨੇ, ਇਹ ਕਿਸਾਨ ਵੀਰੋ ਤੁਸੀਂ ਚਲੋ ਘਰੋ ਘਰੀ, ਅਸੀਂ 72,65,000 ਦਿੱਲੀ ਬਹਿੰਦੇ ਆ, ਅਸੀਂ ਤੁਹਾਡੇ ਵਾਸਤੇ ਸ਼ੀਸ਼ ਦਿਆਂਗੇ, ਜਦੋਂ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਅਸੀਂ ਇੱਥੇ ਖੜੇ ਆ। ਝੜ ਪੈ ਨਾ। ਹੁਣ ਗੁਰੂ ਦੀ ਰੀਸ ਤੇ ਕਰਨੀ ਸੌਖੀ ਹੈ, ਪਰ ਗੁਰੂ ਤਾਂ ਕਿਸੇ ਦੇ ਹਿਊਮਨ ਰਾਈਟਸ ਵਾਸਤੇ ਆਪ ਕੁਰਬਾਨੀ ਦੇ ਜਾਂਦਾ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ, ਜੋ ਗੁਰੂ ਦੀ ਰੀਸ ਕਰਕੇ ਕੱਚ ਪਿੱਚ ਬੋਲਣ ਦਾ ਯਤਨ ਕਰਦੇ ਨੇ ਉਹ ਕੂੜਿਆਰ ਨੇ, ਔਰ ਆਖਿਰ ਉਹ ਝੜ ਪੈਂਦੇ ਨੇ, ਉਹਨਾਂ ਦਾ ਪਾਜ ਉਗੜ ਜਾਂਦਾ ਹੈ। ਕਿਉਂ? ਕਿ ਉਹਨਾਂ ਅੰਦਰ ਹੋਰ ਮੁਖ ਹੋਰ ਹੈ, ਬਿਖ ਮਾਇਆ ਨੂੰ ਚੱਖ ਮਰਦੇ ਕੜੀਏ। ਇੱਥੇ ਮੁਖ ਦੇ ਖੱਖੇ ਨਾਲ ਸਿਹਾਰੀ ਹੈ, ਜਿਸ ਦਾ ਮਤਲਬ ਮੁਖ ਵਿੱਚ। ਉਹਨਾਂ ਅੰਦਰ ਹੋਰ, ਕਿਉਂਕਿ ਜੋ ਗੁਰੂ ਦੀ ਰੀਸ ਕਰ ਰਹੇ ਨੇ ਉਹਨਾਂ ਦੇ ਅੰਦਰ ਤੇ ਕੁਝ ਹੋਰ ਹੈ, ਮੈਂਟੈਲਿਟੀ ਝੂਠੀ ਹੈ, ਮੁਖ ਹੋਰ ਹੈ, ਮੂੰਹ ਚੋਂ ਹੋਰ ਗੱਲਾਂ ਕਰ ਰਹੇ ਨੇ। ਬਿਖ ਮਾਇਆ ਨੂੰ, ਬਿਖ ਦਾ ਮਤਲਬ ਜ਼ਹਿਰ, ਚੱਖ ਦਾ ਮਤਲਬ ਖੱਪ ਖੱਪ ਕੇ, ਉਹ ਮਾਇਆ ਨੂੰ ਇਕੱਤਰ ਕਰਨ ਲਈ ਚੱਕ ਚੱਕ ਕੇ ਮਰੀ ਜਾਂਦੇ ਨੇ। ਤੇ ਮਾਇਆ ਦਾ ਮਤਲਬ ਪੈਸਾ ਔਰ ਪ੍ਰੋਪਰਟੀ ਨਹੀਂ, ਮਾਇਆ ਇੱਕ ਮੈਂਟੈਲਿਟੀ ਦਾ ਨਾਮ ਹੈ। ਸਾਡੀ ਉਹ ਸੋਚ ਜੋ ਸਾਨੂੰ ਹਰ ਇੱਕ ਨਾਲ ਰੱਬ ਵਰਗਾ ਪਿਆਰ ਵਿਹਾਰ ਨਹੀਂ ਕਰਨ ਦਿੰਦੀ, ਸਾਡੀ ਉਹ ਸੋਚ ਜੋ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ, ਸਾਡੀ ਉਹ ਸੋਚ ਜੋ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ, ਉਹ ਸੋਚ ਦਾ ਨਾਮ ਹੈ ਮਾਇਆ। ਤੇ ਗੁਰੂ ਜੀ ਕਹਿੰਦੇ ਨੇ, ਜੋ ਗੁਰੂ ਦੀ ਰੀਸੇ ਕੱਚ ਪਿੱਚ ਬੋਲਦੇ ਨੇ
ਉਹਨਾਂ ਦੇ ਅੰਦਰ ਕੁਝ ਹੋਰ ਹੈ, ਮੂੰਹ ਵਿੱਚ ਹੋਰ ਹੈ, ਇਹੋ ਜੀ ਸੋਚ ਦੇ ਪਿੱਛੇ ਉਹ ਝੱਕ ਕੇ ਮਰ ਰਹੇ ਨੇ, ਝੂਰਦੇ ਨੇ, ਖਪਦੇ ਨੇ, ਔਰ ਆਖਿਰ ਐਸੇ ਲੋਕ ਆਤਮਕ ਮੌਤੇ ਮਰ ਜਾਂਦੇ ਨੇ। ਵਾਹਿਗੁਰੂ ਰਹਿਮਤ ਕਰੇ, ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਆਪ ਪੜ੍ਹੀਏ, ਆਪ ਵਿਚਾਰੀਏ ਔਰ ਗੁਰਬਾਣੀ ਅਨੁਸਾਰ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ। ਅੱਜ ਦੀ ਕਲਾਸ ਇੱਥੇ ਸਮਾਪਤ ਕਰਦੇ ਹਾਂ ਜੀ। ਜਿਸ ਵੀ ਵੀਰ ਭੈਣ ਨੇ ਕੋਈ ਸਵਾਲ ਪੁੱਛਣਾ ਹੈ ਉਹ ਅਨਮਿਊਟ ਹੋ ਜਾਓ, ਤੇ ਜਿਨ੍ਹਾਂ ਨੇ ਆਪਣੇ ਵਿਊਜ਼ ਦੇਣੇ ਨੇ ਅਨਮਿਊਟ ਹੋ ਜਾਣ, ਤੇ ਫੇਸਬੁੱਕ ਤੇ ਜਿਹੜੇ ਮੇਰੇ ਵੀਰ ਭੈਣਾਂ ਸਰਵਣ ਕਰ ਰਹੇ ਨੇ, ਗੁਰਦੇਵ ਸਿੰਘ ਜੀ, ਗੁਰਮੀਤ ਸਿੰਘ ਜੀ, ਕੁਲਵਿੰਦਰ ਬੁੱਟਰ ਜੀ, ਆਪ ਸਮੂਹ ਸਾਰਿਆਂ ਦਾ, ਹੋਰ ਵੀਰਾਂ ਭੈਣਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ